ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਵੀ ਭਾਈ ਨਾਲ ਲੋੜੋ ਚੰਗਾ ਨਹੀਂ ਲੱਗਦਾ ਹੈਗਾ ਵੀ ਤੁਸੀਂ ਆਪਣਾ ਮਸਲਾ ਘਰੇ ਬੈਠ ਕੇ ਸੁਲਝਾ ਲਓ ਨਾ। ਆਪਾਂ ਉਸ ਟਾਈਮ ਆਪਣੇ ਘਰ ਦੀਆਂ ਬੱਤੀਆਂ ਬੰਦ ਕਰ ਲਾਂਗੇ ਤੇ ਦੂਜੇ ਦਿਨ ਆਪਾਂ ਪੁੱਛਾਂਗੇ ਅਸੀਂ ਤਾਂ ਸੌਂ ਗਏ ਸੀ, ਤੁਹਾਡੇ ਖਾਸਾ ਰੌਲਾ ਪੈਂਦਾ ਸੀਗਾ ਰਾਤ, ਹੈ ਨਾ। ਗੁਰਦੀਪ, ਅਸਲ 'ਚ ਨਾ ਹੁਣ ਮੈਨੂੰ ਇਹ ਲੱਗਦਾ ਵੀ ਆਪਣੇ ਲਈ ਦੁਨੀਆ 'ਚ ਨਾ ਹਰ ਚੀਜ਼ ਐਂਟਰਟੇਨਮੈਂਟ ਆ, ਹੈ ਨਾ। ਚਾਹੇ ਉਹ ਕਿਸੇ ਦਾ ਖੁਸ਼ੀ ਦਾ ਮੌਕਾ, ਚਾਹੇ ਉਹ ਕੋਈ ਇਹੋ ਜਿਹਾ ਜਿਹੜਾ ਜਿਹਦੇ ਬਾਰੇ ਆਪਾਂ ਹੈ ਨਾ ਗੱਲ ਕਰ ਰਹੇ ਹਾਂ। ਇਹੋ ਜਿਹੀਆਂ ਚੀਜ਼ਾਂ ਤਾਂ ਹੀ ਵਾਪਰਦੀਆਂ ਨੇ ਜੇ ਜਾਂ ਤਾਂ ਅਸੀਂ ਜਦੋਂ ਉਹਨਾਂ ਨੂੰ ਦੇਖ ਕੇ ਅੱਖਾਂ ਬੰਦ ਕਰ ਲੈਂਦੇ ਹਾਂ, ਜਾਂ ਅਸੀਂ ਇਹ ਸਮਝ ਲੈਂਦੇ ਹਾਂ ਕਿ ਸਾਡਾ ਇਸ ਚੀਜ਼ ਨਾਲ ਕੋਈ ਸਰੋਕਾਰ ਨਹੀਂ। ਆਪਾਂ ਮਤਲਬ ਕਿ ਜਿਹੜੇ ਬੰਦੇ ਨਾਲ ਗਲਤ ਹੋਇਆ ਉਹਨੂੰ ਹੀ ਮਹਿਸੂਸ ਕਰਾਉਣ ਲੱਗ ਜਾਂਦੇ ਆ ਕਿ ਮਤਲਬ ਤੇਰੇ ਨਾਲ ਤਾਂ ਕੁਛ ਘਟੀਆ ਹੋ ਗਿਆ, ਏ ਹਾਏ ਮਤਲਬ ਤੂੰ ਤਾਂ ਹੁਣ ਬਾਹਰ ਅੰਦਰ ਨਿਕਲਣ ਜੋਗਾ ਨਹੀਂ ਰਿਹਾ ਹੈਗਾ। ਉਹੀ ਲੋਕ ਮੁੰਡਿਆਂ ਬਾਰੇ ਇਹ ਉਦਾਹਰਨਾਂ ਦਿੰਦੇ ਹੁੰਦੇ, ਇੱਥੋਂ ਤੱਕ ਵੀ ਸਾਡੇ ਲੀਡਰਾਂ ਦੀਆਂ ਵੀ ਇਹ ਸਟੇਟਮੈਂਟਸ ਹੁੰਦੀਆਂ ਨੇ ਵੀ ਮੁੰਡੇ ਤਾਂ ਇੱਦਾਂ ਹੀ ਹੁੰਦੇ ਨੇ, ਮੁੰਡਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ, ਹੈ ਨਾ। ਕਿਉਂ ਹੋ ਜਾਂਦੀਆਂ ਨੇ ਬਈ? ਸਾਡੇ ਜਰਨਲਿਸਟ ਕੀ ਪੁੱਛ ਰਹੇ ਨੇ, ਤੁਹਾਡਾ ਵਿਆਹ ਕਦੋਂ ਹੋਇਆ ਸੀ, ਤੁਸੀਂ ਖਾਂਦੇ ਕੀ ਹੋ, ਤੁਸੀਂ ਰਹਿੰਦੇ ਕੀ ਇੱਥੇ ਹੋ, ਤੁਸੀਂ ਸ਼ਾਪਿੰਗ ਕਿੱਥੇ ਕਰ ਰਹੇ ਹੋ, ਹਾਂ ਪ੍ਰਪੋਜ਼ ਕਿਹਨੇ ਕੀਤਾ, ਹੈ ਨਾ। ਮਤਲਬ ਪੋਲੀਟਿਕਸ ਤੋਂ ਇਲਾਵਾ ਜਾਂ ਉਹਦੇ ਪ੍ਰੋਫੈਸ਼ਨ ਤੋਂ ਇਲਾਵਾ ਕੋਈ ਗੱਲ ਜਾਂ ਸਵਾਲ ਨਹੀਂ ਕਰ ਸਕਦੇ, ਜ਼ਰੂਰ ਕਰ ਸਕਦੇ ਹੋ ਜੀ, ਸਦਕੇ ਕਰੋ, ਪਰ ਮੌਕਾ ਦੇਖੋ। ਹਾਂ ਮੌਕਾ ਦੇਖੋ। ਮੈਨੂੰ ਲੱਗੂ ਯਾਰ ਮੇਰੇ ਘਰ ਦਾ ਨੁਕਸਾਨ ਹੋ ਰਿਹਾ, ਮੈਂ ਜਾ ਕੇ ਗੈਸ ਬੰਦ ਕਰ ਦਾਂ, ਹੈ ਨਾ। ਬਿਲਕੁਲ ਸੁਸਾਇਟੀ ਵੀ ਉਹੀ ਆ, ਉਹ ਤੁਹਾਡਾ ਘਰ ਆ, ਜੇ ਅੱਜ ਕਿਸੇ ਦੇ ਬੱਚੇ ਨਾ ਹੋ ਰਿਹਾ, ਕੱਲ ਨੂੰ ਤੁਹਾਡੇ ਬੱਚੇ ਨੇ ਵੀ ਸੜਕ ਤੇ ਨਿਕਲਣਾ। ਬਿਲਕੁਲ। ਜਾਂ ਜਿਹੜੀਆਂ ਜਨਾਨੀਆਂ ਉੱਥੇ ਖੁਦ ਜਨਾਨੀਆਂ ਹੋ ਕੇ ਇੱਕ ਕੁੜੀ ਦਾ ਜਲੂਸ ਕੱਢ ਰਹੀਆਂ ਸੀ, ਤੁਹਾਨੂੰ ਕੀ ਲੱਗਦਾ ਵੀ ਉਹ ਮੈਂਟਲੀ ਹੈਲਦੀ ਸੀਗੀਆਂ? ਇੱਥੇ ਕਿਤੇ ਨਾ ਕਿਤੇ ਸਾਡੀਆਂ ਮਾਂ ਪਿਓ ਦੀਆਂ ਨਲਾਇਕੀਆਂ ਨੇ, ਹੈ ਨਾ। ਜਿਵੇਂ ਤੁਸੀਂ ਉਹੀ ਕਿਹਾ ਵੀ ਅਸੀਂ ਐਨਾਲਾਈਜ਼ ਹੀ ਨਹੀਂ ਕਰਦੇ ਵੀ ਸਾਡੇ ਬੱਚੇ 'ਚ ਕੀ ਕਮੀ ਆ। ਬੱਚੇ ਅੱਜ ਕੱਲ੍ਹ ਮਤਲਬ ਟੈਕਨੀਕਸ ਨਾਲ ਜੁੜੇ ਹੋਏ ਨੇ, ਮੋਬਾਈਲ ਦੇਖਦੇ ਨੇ, ਉਸ ਹਿਸਾਬ ਨਾਲ ਤੁਹਾਨੂੰ ਪਤਾ ਤੁਹਾਡੇ 10 ਸਾਲ ਦੇ ਬੱਚੇ ਨੂੰ ਵੀ ਸਭ ਕੁਛ ਪਤਾ ਹੈ ਨਾ। ਉਹਨੇ ਰੋਂਦਾ, ਉਹਨੇ ਮੋਬਾਈਲ ਲੈਣਾ, ਚੱਲ ਦੇ ਚੁੱਪ ਕਰ ਜੂਗਾ। ਉਹਨੇ ਬਾਹਰ ਗਏ ਕਿਸੇ ਚੀਜ਼ ਲਈ ਰੋਇਆ, ਚੱਲ ਲੈ ਦੋ ਯਾਰ ਚੁੱਪ ਕਰ ਜੂਗਾ। ਉਹਨੂੰ ਤੁਸੀਂ ਨਾ ਸੁਣਨ ਦੀ ਵੀ ਤਾਂ ਆਦਤ ਪਾਓ ਨਾ, ਉਹਨੂੰ ਇਹ ਆਦਤ ਪਾਓ ਵੀ ਤੈਨੂੰ ਜ਼ਿੰਦਗੀ 'ਚ ਕਦੇ ਮਨਾ ਵੀ ਕੀਤਾ ਜਾ ਸਕਦਾ ਵਾ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਇੱਕ ਵਾਰ ਫਿਰ ਤੋਂ ਅਸੀਂ ਲੈ ਕੇ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਗੱਲ ਤੇ ਗੱਲ ਨਵੇਂ ਐਪੀਸੋਡ ਦੇ ਵਿੱਚ। ਅੱਜ ਅਸੀਂ ਗੱਲਬਾਤ ਕਰਾਂਗੇ ਕਿ ਅਕਸਰ ਜਦੋਂ ਅਸੀਂ ਗੱਲ ਕਰਦੇ ਹਾਂ ਕੋਈ ਘਟਨਾ ਸਾਡੇ ਆਲੇ ਦੁਆਲੇ ਵਾਪਰਦੀ ਆ, ਆਪਾਂ ਕਹਿੰਦੇ ਹਾਂ ਵੀ ਅੱਜ ਕੱਲ੍ਹ ਲੋਕ ਕਿਹੋ ਜਿਹੇ ਹੋ ਗਏ ਨੇਗੇ, ਪਰ ਕਦੇ ਆਪਾਂ ਇਹ ਨਹੀਂ ਸੋਚਦੇ ਵੀ ਉਹ ਲੋਕ ਕਿੱਥੋਂ ਆਏ ਹੋਣਗੇ ਜਾਂ ਇਹ ਸਮਾਜ ਕੌਣ ਬਣਾਉਂਦਾ ਆ। ਅਸੀਂ ਸਮਾਜ ਦਾ ਹਿੱਸਾ, ਅਸੀਂ ਉਹ ਲੋਕ ਹੁੰਦੇ ਹਾਂ ਜਿਹੜੇ ਕਿ ਸਮਾਜ ਨੂੰ ਬਣਾਉਂਦੇ ਹਾਂ, ਅਤੇ ਜਿਹੜੇ ਕੁਛ ਚੰਗੀਆਂ ਚੀਜ਼ਾਂ ਜਾਂ ਕੁਛ ਮਾੜੀਆਂ ਚੀਜ਼ਾਂ ਸਮਾਜ ਦੇ ਵਿੱਚ ਵਾਪਰਦੀਆਂ ਨੇ ਉਹ ਸਾਡੇ ਲੋਕਾਂ ਦੁਆਰਾ ਹੀ ਵਾਪਰਦੀਆਂ ਨੇ। ਸੋ ਅੱਜ ਆਪਾਂ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਕਿ ਅਕਸਰ ਆਪਾਂ ਦੂਜੇ ਵੱਲੀ ਉਂਗਲੀ ਬਹੁਤ ਛੇਤੀ ਕਰ ਦਿੰਦੇ ਹਾਂ, ਪਰ ਆਪਣੇ ਆਪ ਨੂੰ ਕਹਿਣਾ ਕਿ ਮੈਂ ਇਸ ਘਟਨਾ ਦੇ ਲਈ ਜ਼ਿੰਮੇਵਾਰ ਹੋ ਸਕਦਾ ਜਾਂ ਮੈਂ ਇਸ ਘਟਨਾ ਨੂੰ ਰੋਕਣ ਦੇ ਲਈ ਕੀ ਕਰ ਸਕਦਾ ਸੀ, ਇਹ ਸਵਾਲ ਆਪਾਂ ਬਹੁਤ ਘੱਟ ਕਰਦੇ ਹਾਂ ਆਪਣੇ ਆਪ ਨੂੰ। ਸੋ ਇਸੇ ਵਿਸ਼ੇ 'ਤੇ ਗੱਲਬਾਤ ਕਰਨ ਦੇ ਲਈ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਹਾਜ਼ਰ ਨੇ ਭੈਣ ਰੁਪਿੰਦਰ ਸੰਧੂ, ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁਰਦੀਪ, ਕੀ ਹਾਲ ਆ? ਬਹੁਤ ਵਧੀਆ, ਤੁਸੀਂ ਕਿਵੇਂ ਹੋ? ਵਧੀਆ, ਠੀਕ ਠਾਕ, ਤੁਸੀਂ ਸੁਣਾਓ? ਬਹੁਤ ਵਧੀਆ ਭੈਣੇ, ਠੀਕ ਠਾਕ। ਭੈਣੇ ਜਿਵੇਂ ਰੀਸੈਂਟਲੀ ਆਪਣੇ ਬਹੁਤ ਮੰਦਭਾਗੀ ਘਟਨਾ ਜਿਹੜੀ ਕਿ ਦਿੱਲੀ 'ਚ ਵਾਪਰੀ ਇੱਕ ਕੁੜੀ ਦੇ ਨਾਲ, ਉਹ ਵੀ ਬੇਹੱਦ ਚਿੰਤਾਜਨਕ ਘਟਨਾ, ਹੈ ਨਾ। ਜਾਂ ਵੈਸੇ ਵੀ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇਗੀਆਂ ਜਿਹਦੇ ਵਿੱਚ ਆਪਾਂ ਕਹਿੰਦੇ ਹਾਏ ਅੱਜ ਕੱਲ੍ਹ ਲੋਕਾਂ ਨੂੰ ਕੀ ਹੋ ਗਿਆ, ਹੈ ਨਾ, ਵੀ ਅੱਜ ਕੱਲ੍ਹ ਲੋਕ ਕਿਹੋ ਜਿਹੇ ਹੋ ਗਏ, ਹੈ ਨਾ। ਪਰ ਅਕਸਰ ਜੇ ਆਪਾਂ ਸੋਚੀਏ ਵੀ ਉਹ ਲੋਕ ਵੀ ਤਾਂ ਸਾਡੇ ਸਮਾਜ ਦਾ ਹੀ ਹਿੱਸਾ ਨੇ, ਹੈ ਨਾ, ਵੀ ਆਪਾਂ ਹੀ ਸਾਰੇ ਜਾਣੇ ਰਲ ਕੇ ਇਸ ਸਮਾਜ ਨੂੰ ਬਣਾਉਂਦੇ ਹਾਂ, ਹੈ ਨਾ। ਅਤੇ ਆਪਾਂ ਜਿਹੜੇ ਲੋਕ ਆਪਾਂ ਕਹਿੰਦੇ ਹਾਂ ਕਿਸੇ ਜਦੋਂ ਕੋਈ ਮਾੜਾ ਕਰਦਾ ਜਾਂ ਕੋਈ ਆਪਾਂ ਮਾੜੀ ਘਟਨਾ ਜਦੋਂ ਦੇਖਦੇ ਹਾਂ ਵਾਪਰੀ ਹੋਈ, ਆਪਾਂ ਕਹਿੰਦੇ ਹਾਂ ਵੀ ਹਾਏ ਲੋਕ ਅੱਜ ਕੱਲ੍ਹ ਕਿਹੋ ਜਿਹੇ ਹੋ ਗਏ ਜਾਂ ਕੀ ਸੋਚਣ ਲੱਗ ਗਏ, ਹੈ ਨਾ। ਪਰ ਕਿਤੇ ਨਾ ਕਿਤੇ ਆਪਾਂ ਵੀ ਆਪਣੀ ਜ਼ਿੰਦਗੀ 'ਚ ਕੁਛ ਨਾ ਕੁਛ ਗਲਤ ਤਾਂ ਕੀਤਾ ਹੁੰਦਾ, ਜਾਂ ਫਿਰ ਗਲਤ ਹੁੰਦਾ ਦੇਖ ਕੇ ਆਪਾਂ ਜਰਿਆ ਹੁੰਦਾ, ਅਤੇ ਜਾਂ ਫਿਰ ਆਪਾਂ ਉਹਨੂੰ ਅੱਜ ਦੀ ਜਿਹੜੀ ਸਭ ਤੋਂ ਮਾੜੀ ਕੰਡੀਸ਼ਨ ਇਹ ਹੈ ਕਿ ਆਪਾਂ ਆਪਣੇ ਫੋਨਾਂ 'ਚ ਉਹਨਾਂ ਚੀਜ਼ਾਂ ਨੂੰ ਕੈਦ ਕੀਤਾ ਹੁੰਦਾ। ਕਿਤੇ ਆਪਾਂ ਵੀ ਨਹੀਂ ਕੋਸ਼ਿਸ਼ ਕਰਦੇ, ਗੁਆਂਢੀਆਂ ਦੇ ਘਰੇ ਲੜਾਈ ਹੋ ਜਾਵੇ ਆਪਾਂ ਕਦੇ ਨਹੀਂ ਕੋਸ਼ਿਸ਼ ਕਰਾਂਗੇ ਜਾ ਕੇ ਵੀ ਭਾਈ ਨਾਲ ਲੋੜੋ ਚੰਗਾ ਨਹੀਂ ਲੱਗਦਾ ਹੈਗਾ ਵੀ ਤੁਸੀਂ ਆਪਣਾ ਮਸਲਾ ਘਰੇ ਬੈਠ ਕੇ ਸੁਲਝਾ ਲਓ ਨਾ। ਆਪਾਂ ਉਸ ਟਾਈਮ ਆਪਣੇ ਘਰ ਦੀਆਂ ਬੱਤੀਆਂ ਬੰਦ ਕਰ ਲਾਂਗੇ ਅਤੇ ਦੂਜੇ ਦਿਨ ਆਪਾਂ ਪੁੱਛਾਂਗੇ ਅਸੀਂ ਤਾਂ ਸੌਂ ਗਏ ਸੀ, ਤੁਹਾਡੇ ਖਾਸਾ ਰੌਲਾ ਪੈਂਦਾ ਸੀਗਾ ਰਾਤ, ਹੈ ਨਾ, ਫਿਰ ਭਾਈ ਅਸੀਂ ਉੱਠੇ ਨਹੀਂ ਹੈਗੇ, ਵੇਖਣ ਨਹੀਂ ਕਿੱਥੇ ਕੋਈ ਬੋਲਦਾ, ਹੈ ਨਾ।
ਪਰ ਅਸੀਂ ਉਸ ਚੀਜ਼ ਦਾ ਸਵਾਦ ਜ਼ਰੂਰ ਲੈਂਦੇ ਹਾਂ ਵੀ ਲੜਦੇ ਨੇ ਲੜੀ ਜਾਣਦੇ ਹੈ ਨਾ, ਪਰ ਅਸੀਂ ਕਈ ਵਾਰ ਇਹ ਨਹੀਂ ਸੋਚਦੇ ਵੀ ਯਾਰ ਸਾਡਾ ਗੁਆਂਢ ਮੱਥਾ, ਅਸੀਂ ਰੋਜ਼ ਨੇਰੇ ਸਵੇਰੇ ਇੱਕ ਦੂਜੇ ਦੇ ਮੱਥੇ ਲੱਗਦੇ ਹਾਂ ਹੈ ਨਾ, ਵੀ ਕੀ ਗੱਲ ਹੋਊਗੀ ਵੀ ਚਲੋ ਜਾ ਕੇ ਵਿੱਚ ਆਪਾਂ ਉਹਨਾਂ ਨੂੰ ਇਹੀ ਕਹਿ ਦਈਏ ਵੀ ਭਾਈ ਤੁਸੀਂ ਨਾ ਲੜੋ ਜਾਂ ਤੁਸੀਂ ਚੁੱਪ ਕਰ ਜਾਓ ਹੈ ਨਾ, ਆਪਾਂ ਨੂੰ ਹੁੰਦਾ ਵੀ ਲੜਦੇ ਨੇ ਲੜੀ ਜਾਣਦੇ ਵੀ ਅਸੀਂ ਕੀ ਲੈਣਾ, ਆਪਾਂ ਨੂੰ ਕੀ। ਤੇ ਉੱਥੇ ਜਦੋਂ ਤੁਸੀਂ ਅਖਬਾਰ 'ਚ ਜਾਂ ਟੀਵੀ 'ਚ ਕਿਤੇ ਕੋਈ ਇਹੋ ਜਿਹੀ ਘਟਨਾ ਦੇਖਦੇ ਹੋ, ਆਪਾਂ ਫਿਰ ਉੱਥੇ ਕਹਿੰਦੇ ਹਾਏ ਹਾਏ ਲੋਕਾਂ ਨੂੰ ਕੀ ਹੋ ਗਿਆ। ਪਰ ਤੁਸੀਂ ਇਹ ਵੀ ਤਾਂ ਸੋਚੋ, ਕਦੇ ਆਪਾਂ ਸੋਚਿਆ ਵੀ ਮੈਂ ਕਦੇ ਕਿਸੇ ਘਟਨਾ ਨੂੰ ਘਟਣ ਤੋਂ ਰੋਕਿਆ ਜਾਂ ਕਿਸੇ ਇੱਕ ਚੀਜ਼ ਕਰਕੇ ਵੀ ਜਿਹੜੀ ਮੇਰੇ ਕਰਕੇ ਰੁਕ ਸਕਦੀ ਹੋਵੇ ਤੇ ਮੈਂ ਉਹਨੂੰ ਜਾ ਕੇ ਰੋਕਣ ਦੀ ਕੋਸ਼ਿਸ਼ ਕੀਤੀ? ਆਪਾਂ ਇਹ ਕਦੇ ਨਹੀਂ ਸੋਚਦੇ ਹੈ ਨਾ। ਬਿਲਕੁਲ ਗੁਰਦੀਪ, ਅਸਲ 'ਚ ਨਾ ਹੁਣ ਮੈਨੂੰ ਇਹ ਲੱਗਦਾ ਵੀ ਆਪਣੇ ਲਈ ਦੁਨੀਆ 'ਚ ਨਾ ਹਰ ਚੀਜ਼ ਐਂਟਰਟੇਨਮੈਂਟ ਆ ਹੈ ਨਾ, ਚਾਹੇ ਉਹ ਕਿਸੇ ਦਾ ਖੁਸ਼ੀ ਦਾ ਮੌਕਾ, ਚਾਹੇ ਉਹ ਕੋਈ ਇਹੋ ਜਿਹਾ ਜਿਹੜਾ ਜਿਹਦੇ ਬਾਰੇ ਆਪਾਂ ਹੈ ਨਾ ਗੱਲ ਕਰ ਰਹੇ ਹਾਂ। ਮੈਨੂੰ ਲੱਗਦਾ ਕਿ ਸਾਨੂੰ ਇਹ ਲੱਗਦਾ ਹੁੰਦਾ ਕਿ ਸਾਨੂੰ ਨਾ ਤਾਂ ਉਸ ਘਟਨਾ ਦੀ ਸੰਜੀਦਗੀ ਪਤਾ ਹੁੰਦੀ ਆ, ਨਾ ਸਾਨੂੰ ਇਹ ਪਤਾ ਹੁੰਦਾ ਵੀ ਇਸ ਤੇ ਸਾਡਾ ਰੋਲ ਕੀ ਹੋਣਾ ਚਾਹੀਦਾ ਹੈ ਨਾ। ਸਾਨੂੰ ਸਿਰਫ ਇੰਨਾ ਪਤਾ ਹੁੰਦਾ ਕਿ ਮੇਰੇ ਹੱਥ 'ਚ ਇੱਕ ਮੋਬਾਈਲ ਆ ਤੇ ਇਹਦੇ 'ਚ ਮੈਂ ਇਹਨੂੰ ਕੈਦ ਕਰ ਸਕਦਾ ਹੈ ਨਾ। ਹਾਂ, ਕਈ ਵਾਰੀ ਉਹ ਚੀਜ਼ਾਂ ਰਿਕਾਰਡ ਕਰਨੀਆਂ ਫਾਇਦੇਮੰਦ ਵੀ ਹੋ ਜਾਂਦੀਆਂ ਨੇ, ਜਿਵੇਂ ਹੁਣ ਆਪਾਂ ਸਮਝਦੇ ਹਾਂ ਕਿ ਜੇ ਕੋਈ ਰਿਕਾਰਡ ਕਰਦਾ ਤਾਂ ਉਹ ਫਿਰ ਦੂਰ ਤੱਕ ਮਤਲਬ ਚੀਜ਼ ਜਾਂਦੀ ਆ ਤੇ ਉਹਦੇ ਤੇ ਕੋਈ ਨਾ ਕੋਈ ਬੰਦਾ ਜਾਂ ਪੁਲਿਸ ਆ ਜਿਹੜਾ ਕੁਝ ਵੀ ਇੱਦਾਂ ਦੇ ਹੈ ਨਾ ਰਿਐਕਟ ਕਰਦੇ ਨੇ ਉਸ ਚੀਜ਼ ਤੇ। ਪਰ ਮੈਨੂੰ ਲੱਗਦਾ ਹੁੰਦਾ ਵੀ ਜੇ ਉੱਥੋਂ ਤੱਕ ਸਥਿਤੀ ਪਹੁੰਚਾਈਏ ਹੀ ਨਾ ਆਪਾਂ ਹੈ ਨਾ, ਤਾਂ ਉਹ ਜ਼ਿਆਦਾ ਵਧੀਆ ਨਹੀਂ ਹੈਗੀ। ਜਦੋਂ ਆਪਾਂ ਅੱਜ ਤੱਕ ਮਤਲਬ 84 ਦੀ ਗੱਲ ਕਰਦੇ ਆ ਹੈ ਨਾ, ਮੈਨੂੰ ਲੱਗਦਾ ਕਿ ਕਿੰਨੇ ਕੁ ਲੋਕ ਹੁੰਦੇ ਆ ਜਿਹੜੇ ਮਤਲਬ ਇਸ ਫਿਤਰਤ ਨਾਲ ਘਰੋਂ ਨਿਕਲਦੇ ਨੇ ਕਿ ਮੈਂ ਕਿਸੇ ਨੂੰ ਮਾਰਨਾ ਜਾਂ ਮੈਂ ਕਿਸੇ ਤੋਂ ਇਸ ਤਰੀਕੇ ਨਾਲ ਬਦਲਾ ਲੈਣਾ। ਉਸ ਟਾਈਮ ਦਿੱਲੀ 'ਚ ਕਿੰਨੇ ਕੁ ਲੋਕ ਨਿਕਲੇ ਹੋਣਗੇ ਹੈ ਨਾ। ਉਸ ਤੋਂ ਕਿਤੇ ਮਤਲਬ ਲੱਖਾਂ ਵੱਧ ਉਹ ਹਜੂਮ ਹੋਊਗਾ ਜਿਹੜਾ ਉਸ ਚੀਜ਼ 'ਚ ਬਿਲਕੁਲ ਸਮੂਲੀਅਤ ਨਹੀਂ ਜਿਹਨੇ ਕੀਤੀ ਹੋਣੀ ਹੈ ਨਾ। ਪਰ ਮੈਨੂੰ ਲੱਗਦਾ ਕਿ ਗੁਨਾਹਗਾਰ ਉਹ ਸਾਰੇ ਲੋਕ ਵੀ ਹੁੰਦੇ ਹੀ ਨੇ। ਜੇ 10 ਬੰਦੇ ਨੇ ਜਿਹੜੇ ਉਹ ਕੋਈ ਕਿਸੇ ਇਹੋ ਜਿਹੇ ਗਲਤ ਕੰਮ ਨੂੰ ਕਰ ਰਹੇ ਨੇ, ਮੰਨ ਲਓ ਹੁਣ ਜਿਵੇਂ ਆਪਾਂ ਉਸ ਕੁੜੀ ਨੂੰ ਦੇਖਿਆ ਹੈ ਨਾ, ਉੱਥੇ 7-8 ਬੰਦੇ ਤੇ ਜਿਹਦੇ 'ਚ 2-3 ਜਨਾਨੀਆਂ ਵੀ ਸੀ, ਉਹ ਉਹਨੂੰ ਫੜ ਰਹੀਆਂ ਨੇ, ਉਹਦੇ ਵਾਲ ਕੱਟ ਰਹੀਆਂ ਨੇ ਹੈ ਨਾ। ਫਿਰ ਆਪਾਂ ਬਾਅਦ 'ਚ ਸੁਣਿਆ ਵੀ ਉਹਦੇ ਨਾਲ ਮਤਲਬ ਬਲਾਤਕਾਰ ਵੀ ਹੋਇਆ ਹੈ ਨਾ। ਤੇ ਉਹਦੀ ਬਜਾਏ ਕਿੰਨੇ ਲੋਕ ਨੇ ਜਿਹੜੇ ਆਪਾਂ ਉਸ ਭੀੜ 'ਚ ਦੇਖ ਰਹੇ ਹਾਂ, ਜਿਹੜੇ ਉਹ ਸਾਰਾ ਤਮਾਸ਼ਾ ਦੇਖ ਵੀ ਰਹੇ ਨੇ ਤੇ ਉਹਦੇ ਤੇ ਤਾੜੀਆਂ ਤੱਕ ਵੀ ਲੋਕ ਵਜਾ ਰਹੇ ਨੇ ਹੈ ਨਾ, ਹੱਸ ਰਹੇ ਨੇ। ਹਾਂ, ਜੇ ਮਤਲਬ 100 ਬੰਦਾ 10 ਬੰਦਿਆਂ ਨੂੰ ਨਹੀਂ ਰੋਕ ਪਾ ਰਿਹਾ ਉਹ ਕੰਮ ਕਰਨ ਤੋਂ ਹੈ ਨਾ, ਮੈਨੂੰ ਲੱਗਦਾ ਕਿ ਉਹ 10 ਜਿੰਨੇ ਗੁਨਾਹਗਾਰ ਨੇ ਉਸ ਤੋਂ ਜ਼ਿਆਦਾ ਉਹ 100 ਲੋਕ ਗੁਨਾਹਗਾਰ ਨੇ। ਆਪਣੇ ਪਰਿਵਾਰਾਂ 'ਚ ਆਪਾਂ ਨੂੰ ਇੱਕ ਚੀਜ਼ ਸਿਖਾਈ ਜਾਂਦੀ ਹੈ ਕਿ ਮਤਲਬ ਪਾਪ ਕਰਨ ਵਾਲਾ ਉਨਾ ਵੱਡਾ ਪਾਪੀ ਨਹੀਂ ਹੁੰਦਾ, ਸਹਿਣ ਵਾਲਾ ਉਸ ਤੋਂ ਵੀ ਵੱਡਾ ਹੁੰਦਾ। ਮੰਨ ਲਓ ਸਹਿਣ ਵਾਲੇ ਦੀ ਇੰਨੀ ਹਿੰਮਤ ਨਹੀਂ ਹੈਗੀ ਕਿ ਉਸ ਚੀਜ਼ ਲਈ ਜਵਾਬ ਦੇ ਸਕੇ ਜਾਂ ਉਹ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕੇ ਹੈ ਨਾ। ਪਰ ਮੈਨੂੰ ਲੱਗਦਾ ਤਮਾਸ਼ਾ ਦੇਖਣ ਵਾਲਿਆਂ ਦਾ ਤਾਂ ਇਹ ਫਰਜ਼ ਬਣਦਾ ਕਿ ਤੁਸੀਂ ਜਾ ਕੇ ਉਸ ਚੀਜ਼ ਨੂੰ ਰੋਕੋ ਹੈ ਨਾ। ਜਦੋਂ 2012 'ਚ ਦਿੱਲੀ 'ਚ ਉਹ ਚੀਜ਼ ਹੋਈ ਸੀ ਤਾਂ ਲੱਖਾਂ ਲੋਕਾਂ ਨੂੰ ਤੁਸੀਂ ਸੜਕਾਂ ਤੇ ਦੇਖਿਆ ਹੋਊਗਾ ਜਿਨ੍ਹਾਂ ਨੇ ਕੈਂਡਲ ਮਾਰਚ ਕੀਤਾ ਸੀ ਹੈ ਨਾ। ਤੇ ਹੁਣ ਵੀ ਲੱਖਾਂ ਲੋਕ ਨੇ ਜਿਹੜੇ ਉਹਨਾਂ ਪੋਸਟਾਂ ਨੂੰ ਸ਼ੇਅਰ ਕਰ ਰਹੇ ਨੇ, ਲੱਖਾਂ ਲੋਕ ਨੇ ਜਿਹੜੇ ਹੁਣ ਵੀ ਮਤਲਬ ਉਦੋਂ ਬਾਅਦ ਧਰਨੇ ਲਾਉਂਦੇ ਨੇ ਸਰਕਾਰਾਂ ਵਿਰੁੱਧ। ਪਰ ਜੇ ਉਹ ਲੱਖ ਕਦੇ ਇਹ ਸੋਚਣ ਕਿ ਜਦੋਂ ਸਾਡੀਆਂ ਅੱਖਾਂ ਸਾਹਮਣੇ ਚੀਜ਼ ਵਾਪਰਦੀ ਆ ਅਸੀਂ ਉਦੋਂ ਰੋਕਣੀ ਆ, ਤਾਂ ਉਹ ਜ਼ਿਆਦਾ ਵਧੀਆ ਨਹੀਂ। ਬਾਅਦ 'ਚੋਂ ਤੁਸੀਂ ਇੰਨਾ ਸਮਾਂ ਕੱਢ ਲੈਂਦੇ ਹੋ ਕਿ ਹਾਂ ਤੁਸੀਂ ਧਰਨੇ ਵੀ ਲਾ ਦਿੰਦੇ ਹੋ, ਤੁਸੀਂ ਕੈਂਡਲ ਮਾਰਚ ਵੀ ਕਰਦੇ ਹੋ। ਉਹਦੀ ਬਜਾਏ ਤੁਸੀਂ ਮਤਲਬ ਮੈਨੂੰ ਲੱਗਦਾ ਵੀ ਜੇ ਇੱਕ ਜਾਣਾ ਵੀ ਉੱਥੇ ਉਸ ਟਾਈਮ ਪੁਲਿਸ ਨੂੰ ਇਨਫੋਰਮ ਕਰਦਾ ਹੈ ਨਾ, ਜਾਂ ਉਸ ਕੁੜੀ ਨੂੰ ਬਚਾਉਣ ਲਈ ਕੋਈ 5 ਬੰਦੇ ਵੀ ਅੱਗੇ ਆਉਂਦੇ, ਤਾਂ ਸ਼ਾਇਦ ਉਹਨਾਂ ਦੀ ਹੱਲਾਸ਼ੇਰੀ ਨਾਲ ਹੋਰ ਲੋਕ ਵੀ ਆਉਂਦੇ ਹੈ ਨਾ। ਤੇ ਅੱਜ ਆਪਾਂ ਮਤਲਬ ਬਾਅਦ 'ਚੋਂ ਆਪਾਂ ਇਹਨਾਂ ਚੀਜ਼ਾਂ ਨੂੰ ਡਿਸਕਸ ਕਰਦੇ ਹਾਂ। ਹੁਣ ਜਿਵੇਂ ਤੁਸੀਂ ਕਿਹਾ ਲੜਾਈ ਹੋਈ ਆ, ਇੱਕ ਛੋਟੀ ਜਿਹੀ ਕੁੜੀ ਨੂੰ ਨਾ ਇੱਕ ਬੰਦਾ ਬਹੁਤ ਜ਼ਿਆਦਾ ਕੁੱਟ ਰਿਹਾ ਸੀਗਾ ਤੇ ਕਿਸੇ ਗਵਾਂਢੀ ਨੇ ਮਤਲਬ ਛੱਤ ਤੋਂ ਬੈਠ ਕੇ ਉਸ ਚੀਜ਼ ਦੀ ਵੀਡੀਓ ਬਣਾਈ ਹੈ ਨਾ, ਤੇ ਉਹ ਬੰਦਾ ਫੜਿਆ ਗਿਆ, ਮਤਲਬ ਉਹਦਾ ਪਿਓ ਫੜਿਆ ਗਿਆ। ਪਰ ਕੀ ਉਹ ਇੱਕ ਬਹੁਤ ਚੰਗਾ ਸਟੈਪ ਹੋਇਆ ਵੀ ਹਾਂ ਉਹਨੇ ਵੀਡੀਓ ਬਣਾਈ ਤੇ ਉਹ ਕੁੜੀ ਦਾ ਵਿਚਾਰੀ ਦਾ ਆਪਣੇ ਪਿਓ ਤੋਂ ਛੁਟਕਾਰਾ ਹੋਇਆ ਹੈ ਨਾ। ਪਰ ਕੀ ਉਹਨੇ ਪਹਿਲੇ ਦਿਨ ਹੀ ਉਹਨੂੰ ਕੁੱਟਿਆ ਹੋਊਗਾ? ਕੀ ਆਂਢ ਗੁਆਂਢ ਨੇ ਕਦੀ ਨਹੀਂ ਸੁਣਿਆ ਹੋਣਾ ਕਿ ਇੱਕ ਬੱਚੇ ਤੇ ਇੰਨਾ ਜ਼ਿਆਦਾ ਤਸ਼ੱਦਦ ਹੋ ਰਿਹਾ ਨਾ? ਇਹੋ ਜਿਹੀਆਂ ਚੀਜ਼ਾਂ ਤਾਂ ਹੀ ਵਾਪਰਦੀਆਂ ਨੇ ਜੇ ਜਾਂ ਤਾਂ ਅਸੀਂ ਜਦੋਂ ਉਹਨਾਂ ਨੂੰ ਦੇਖ ਕੇ ਅੱਖਾਂ ਬੰਦ ਕਰ ਲੈਂਦੇ ਹਾਂ, ਜਾਂ ਅਸੀਂ ਇਹ ਸਮਝ ਲੈਂਦੇ ਹਾਂ ਕਿ ਸਾਡਾ ਇਸ ਚੀਜ਼ ਨਾਲ ਕੋਈ ਸਰੋਕਾਰ ਨਹੀਂ। ਅੱਜ ਮੇਰਾ ਸਰੋਕਾਰ ਨਹੀਂ ਹੈਗਾ, ਪਰ ਰੱਬ ਨਾ ਕਰੇ ਕੱਲ੍ਹ ਨੂੰ ਉਹ ਚੀਜ਼ ਮੇਰੇ ਨਾਲ ਵਾਪਰੇ, ਮੇਰੇ ਨਾਲ ਸੜਕ 'ਤੇ ਜਾਂਦੇ ਕੋਈ ਇਹੋ ਜਿਹਾ ਹਾਦਸਾ ਹੋਵੇ ਜਾਂ ਮੇਰੇ ਨਾਲ ਕੋਈ ਇਹੋ ਜਿਹੀ ਘਟਨਾ ਵਾਪਰੇ ਕਿ ਹਾਂ ਜਿੱਥੇ ਮੈਨੂੰ ਲੱਗੇ ਕਿ ਨਿੱਜੀ ਰੰਜਿਸ਼ ਕੱਢਣ ਲਈ ਕੋਈ ਮੇਰੇ ਨਾਲ ਇਹੋ ਜਿਹਾ ਸਲੂਕ ਕਰ ਰਿਹਾ ਹੈ ਨਾ, ਤਾਂ ਫਿਰ ਕੱਲ੍ਹ ਨੂੰ ਮੈਂ ਕਿਹਦੇ ਵੱਲ ਮਤਲਬ ਉਮੀਦ ਦੀਆਂ ਨਜ਼ਰਾਂ ਨਾਲ ਝਾਕੂੰ ਕਿ ਲੋਕ ਆਉਣਗੇ? ਕੋਈ ਨਹੀਂ ਆਏਗਾ ਫਿਰ ਤੁਹਾਡੇ ਲਈ। ਬਿਲਕੁਲ ਭੈਣੇ, ਇੱਕ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਅੱਜ ਵੀ ਆਪਾਂ ਉਹਨਾਂ ਚੀਜ਼ਾਂ 'ਤੇ ਪੋਸਟਾਂ ਲਿਖਦੇ ਹਾਂ, ਮੈਨੂੰ ਨਾ ਮੈਂ ਵੀ ਉਸੇ ਸਮਾਜ ਦਾ ਉਹਨਾਂ ਲੋਕਾਂ ਦਾ ਹੀ ਹਿੱਸਾ ਵਾਂ
ਸਾਨੂੰ ਨਾ ਅੱਜ ਕੱਲ ਕਿਸੇ ਘਟਨਾ ਤੇ ਰਿਐਕਟ ਕਰਨਾ ਵੀ ਸਾਡੀ ਮਤਲਬ ਉਹ ਡਿਊਟੀ ਜੀ ਲੱਗਣ ਲੱਗ ਗਈ। ਸਾਨੂੰ ਸਾਡਾ ਇਹ ਨਹੀਂ ਲੱਗਦਾ ਕਿ ਯਾਰ ਨਹੀਂ ਇਹ ਚੀਜ਼ ਮਾੜੀ ਹੈ ਤਾਂ ਮਾੜੀ ਹੈ, ਇੱਥੇ ਸਾਡਾ ਫਰਜ਼ ਬਣਦਾ ਬੋਲਣਾ, ਹੈ ਨਾ। ਬਹੁਤ ਸਾਰੀਆਂ ਪੋਸਟਾਂ ਜਿਹੜਾ ਕਿ ਦਿੱਲੀ ਦੇ ਵਿੱਚ ਰੀਸੈਂਟ ਉਹ ਕੁੜੀ ਦੇ ਨਾਲ ਘਟਨਾ ਵਾਪਰੀ ਆ, ਹੈ ਨਾ, ਵੀ ਉਸ ਘਟਨਾ ਤੇ ਵੀ ਬਹੁਤ ਸਾਰੇ ਲੋਕਾਂ ਨੇ ਪੋਸਟਾਂ ਸ਼ੇਅਰ ਕੀਤੀਆਂ, ਹੈ ਨਾ। ਮੈਨੂੰ ਲੱਗਦਾ ਨਾ ਵੀ ਜਦੋਂ ਕੁਝ ਵੀ ਚੰਗਾ ਜਾਂ ਮਾੜਾ ਸਾਡੀ ਸੁਸਾਇਟੀ 'ਚ ਹੁੰਦਾ ਵਾ, ਸਾਨੂੰ ਇਹ ਲੱਗਣ ਲੱਗ ਗਿਆ ਵੀ ਇਹ ਮੇਰੇ ਸੋਸ਼ਲ ਮੀਡੀਆ ਸਟੋਰੀ ਦਾ ਇੱਕ ਹਿੱਸਾ ਹੋਣੀ ਚਾਹੀਦੀ ਹੈ। ਜੇ ਵਾਕਈ ਤੁਹਾਨੂੰ ਉਸ ਚੀਜ਼ ਨੇ ਇੰਨਾ ਧੱਕਾ ਲਾਇਆ ਨਾ, ਤੁਸੀਂ ਉਹ ਚੀਜ਼ ਪੋਸਟ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੁਝ ਨਹੀਂ ਪੋਸਟ ਕਰੋਗੇ, ਹੈ ਨਾ, ਕਿਉਂਕਿ ਤੁਸੀਂ ਸੁੰਨ ਹੋ ਜਾਂਦੇ ਹੋ। ਪਰ ਆਪਾਂ ਕੀ ਦੇਖਦੇ ਹਾਂ, ਬਹੁਤ ਸਾਰੇ ਸੈਲੀਬ੍ਰਿਟੀਜ਼ ਨੇ ਵੀ ਉਹ ਵਾਲੀ ਸਟੋਰੀ ਸ਼ੇਅਰ ਕੀਤੀ, ਹਾਰਟ ਬ੍ਰੋਕਨ, ਬਹੁਤ ਮਤਲਬ ਮਾੜਾ ਲੱਗਿਆ, ਤੇ ਅਗਲੀ ਉਹ ਸਟੋਰੀ ਉਹਨਾਂ ਦੀ ਕਿਤੇ ਬਾਹਰ ਖਾਣ ਗਿਆ ਦੀ ਪਈ ਹੋਈ ਸੀਗੀ। ਮੈਂ ਮੰਨਦੀ ਹਾਂ ਵੀ ਚਲੋ ਰੂਟੀਨ ਲਾਈਫ ਆ, ਹੈ ਨਾ, ਪਰ ਮੈਨੂੰ ਲੱਗਦਾ ਹੁੰਦਾ ਕਿ ਘਟਨਾ ਤੇ ਰਿਐਕਟ ਕਰਨਾ ਵੀ ਨਾ ਸਾਨੂੰ ਸੋਸ਼ਲ ਮੀਡੀਆ ਦਾ ਪਾਰਟ ਲੱਗਣ ਲੱਗ ਗਿਆ ਕਿ ਸਾਨੂੰ ਅਟੈਂਸ਼ਨ ਲੱਗਣ ਲੱਗ ਗਈ ਕਿ ਅਸੀਂ ਲੋਕਾਂ ਦੀ ਅਟੈਂਸ਼ਨ ਨਹੀਂ, ਸਾਨੂੰ ਇਹ ਲੱਗਣ ਲੱਗ ਗਿਆ ਵੀ ਜੇ ਮੈਂ ਸੋਸ਼ਲ ਮੀਡੀਆ ਤੇ ਸ਼ੇਅਰ ਨਹੀਂ ਕਰੂੰਗਾ ਜਾਂ ਜੇ ਮੈਂ ਸ਼ੇਅਰ ਕਰੂੰਗਾ ਤਾਂ ਲੋਕਾਂ ਨੂੰ ਲੱਗੂਗਾ ਵੀ ਇਹਨੂੰ ਇਸ ਚੀਜ਼ ਦਾ ਫਰਕ ਪਿਆ, ਹੈ ਨਾ। ਉਹ ਸਾਨੂੰ ਲੱਗਣ ਲੱਗ ਗਿਆ ਵੀ ਅੱਛਾ ਅੱਜ ਆਹ ਘਟਨਾ ਵਾਪਰੀ, ਉਹ ਇਹਦੀ ਸਟੋਰੀ ਪਾਉਣੀ ਵੀ ਜ਼ਰੂਰੀ ਆ, ਅੱਛਾ ਇਹਦੀ ਪੋਸਟ ਪਾਉਣੀ ਵੀ ਜ਼ਰੂਰੀ ਆ। ਪਰ ਨਹੀਂ, ਉਹ ਚੀਜ਼ ਨੇ ਤੁਹਾਨੂੰ ਅੰਦਰੋਂ ਝੰਜੋੜਿਆ। ਉਹ ਚੀਜ਼ ਸਾਨੂੰ ਸੋਚਣੀ ਚਾਹੀਦੀ ਹੈ ਵੀ ਕੀ ਮੈਂ ਸਿਰਫ ਪੋਸਟ ਪਾਉਣ ਤੱਕ ਕਿ ਮੈਨੂੰ ਮੇਰੇ ਤੇ ਉਸ ਚੀਜ਼ ਦਾ ਅਸਰ ਹੋਇਆ, ਜਾਂ ਫਿਰ ਮੈਂ ਪੂਰਾ ਦਿਨ ਉਸ ਚੀਜ਼ ਬਾਰੇ ਸੋਚਿਆ ਵੀ ਯਾਰ ਇਹ ਕੀ ਹੋ ਗਿਆ, ਇਹ ਗਲਤ ਹੋਇਆ, ਇਹ ਹੋਣਾ ਨਹੀਂ ਸੀ ਚਾਹੀਦਾ। ਮੈਂ 4 ਲਾਈਨਾਂ ਉਸ ਚੀਜ਼ ਤੇ ਹੋਰ ਲਿਖਿਆ ਨੇ, ਜਾਂ ਮੈਂ ਕਿਸੇ ਦੂਜੇ ਬੰਦੇ ਦੇ ਨਾਲ ਉਸ ਚੀਜ਼ ਨੂੰ ਬੈਠ ਕੇ ਡਿਸਕਸ ਕੀਤਾ, ਹੈ ਨਾ। ਇੱਕ ਆਪਾਂ ਬਸ ਉਹ ਸਟੋਰੀ ਪਾਤੀ, ਸਟੋਰੀ ਤੋਂ ਬਾਅਦ ਤੁਹਾਡੀਆਂ 4 ਸਟੋਰੀਆਂ ਕਿਤੇ ਖਾਣ ਗਿਆ ਦੀਆਂ, ਕਿਤੇ ਘੁੰਮਣ ਗਿਆ ਦੀਆਂ, ਕਿਸੇ ਗਾਣੇ ਤੇ ਤੁਸੀਂ ਰੀਲ ਪਾਈ ਹੋਈ ਆ ਨਾ, ਉਹ ਕੀ ਆ, ਉਹ ਉਸ ਜਿਹੜੀ ਇਸ਼ੂ ਦੀ ਸੈਂਸਿਟੀਵਿਟੀ ਹੈ ਨਾ ਉਹਨੂੰ ਖ਼ਤਮ ਕਰ ਦਿੰਦਾ। ਦੇਖਣ ਵਾਲੇ ਨੂੰ ਲੱਗਦਾ ਕਿ ਅੱਛਾ ਨਹੀਂ ਐਡੀ ਵੱਡੀ ਗੱਲ ਨਹੀਂ ਸੀ, ਕਿਉਂਕਿ ਉਸ ਤੋਂ ਬਾਅਦ ਉਹਨੇ ਆਹ 4 ਚੀਜ਼ਾਂ ਹੋਰ ਸ਼ੇਅਰ ਕੀਤੀਆਂ ਹੋਈਆਂ ਨੇ, ਮਤਲਬ ਐਡੀ ਵੱਡੀ ਕੋਈ ਗੱਲ ਨਹੀਂ ਹੈਗੀ, ਹੈ ਨਾ। ਦੂਜਾ ਮੈਨੂੰ ਲੱਗਦਾ ਹੁੰਦਾ ਵਾ ਵੀ ਹਰ ਇੱਕ ਘਟਨਾ ਤੇ ਨਾ ਰਿਐਕਟ ਕਰਨ ਦਾ ਵੀ ਸਾਡਾ ਤਰੀਕਾ ਬਦਲ ਗਿਆ। ਹੁਣ ਮੰਨ ਲਓ ਜਿਵੇਂ ਇਹੀ ਘਟਨਾ ਵਾ, ਮੰਨ ਲਓ ਕਿਸੇ ਕੁੜੀ ਦੇ ਨਾਲ ਰੇਪ ਹੁੰਦਾ ਵਾ, ਹੈ ਨਾ, ਗਲਤ ਕਿਹਦੇ ਨਾਲ ਹੋਇਆ, ਕੁੜੀ ਨਾਲ ਹੋਇਆ, ਤੇ ਤਰਸ ਭਰੀਆਂ ਨਜ਼ਰਾਂ ਨਾਲ ਵੀ ਜਾਂ ਮਤਲਬ ਜਿਵੇਂ ਆਪਾਂ ਕਹਿੰਦੇ ਗਿਲਟ ਦੀਆਂ ਨਜ਼ਰਾਂ ਨਾਲ ਵੀ ਉਸ ਕੁੜੀ ਨੂੰ ਹੀ ਦੇਖਿਆ ਜਾਊਗਾ ਬਾਅਦ ਦੇ ਵਿੱਚ, ਜਿਹਦੇ ਨਾਲ ਮਤਲਬ ਜਿਨ੍ਹਾਂ ਨੇ ਉਹਦੇ ਨਾਲ ਗਲਤ ਕੀਤਾ, ਉਹਦਾ ਬਲਾਤਕਾਰ ਕੀਤਾ, ਉਹ ਲੋਕੀ ਤੁਹਾਨੂੰ ਪਤਾ ਉਵੇਂ ਘੁੰਮ ਰਹੇ ਹੁੰਦੇ ਨੇ ਸੁਸਾਇਟੀ ਦੇ ਵਿੱਚ। ਉਹਨਾਂ ਵੱਲ ਕੋਈ ਐਂ ਨਹੀਂ ਦੇਖਦਾ ਹੈਗਾ, ਜਾਂ ਉਹਨਾਂ ਨੂੰ ਕਦੇ ਤੁਰਦਿਆਂ ਨੂੰ ਜਾਂ ਬਾਹਰ ਨਿਕਲਦਿਆਂ ਨੂੰ ਸੰਗ ਨਹੀਂ ਮਹਿਸੂਸ ਹੁੰਦੀ ਕਿ ਅਸੀਂ ਕੁਛ ਗਲਤ ਕੀਤਾ ਸੁਸਾਇਟੀ ਦੇ ਵਿੱਚ, ਹੈ ਨਾ। ਆਪਾਂ ਹਮੇਸ਼ਾ ਜਿਵੇਂ ਹੁਣ ਉਹ ਕੁੜੀ ਵੀ ਹੈ ਨਾ, ਮੈਂ ਤਾਂ ਸੱਚੀ ਸੋਚ ਕੇ ਬੜੇ ਹੈਰਾਨ ਹੁੰਦੀ ਹਾਂ ਵੀ ਉਹ ਕੁੜੀ ਮੈਂਟਲ ਟਰਾਮਾ ਚੋਂ ਬਾਹਰ ਕਿਵੇਂ ਨਿਕਲੂਗੀ, ਹੈ ਨਾ, ਕਿਉਂਕਿ ਇਹ ਚੀਜ਼ ਸੋਸ਼ਲ ਮੀਡੀਆ ਤੇ ਆ ਗਈ ਤਾਂ ਉਹ ਇੱਥੇ ਹੀ ਘੁੰਮਦੀ ਰਹਿਣੀ, ਹੈ ਨਾ। ਰੱਬ ਨਾ ਕਰੇ ਕਦੇ ਉਹਨੂੰ ਦੁਬਾਰਾ ਉਹ ਚੀਜ਼ ਦੇਖਣੀ ਪਵੇ, ਹੈ ਨਾ। ਜਦੋਂ ਕਿਤੇ ਉਹ ਸੋਸ਼ਲ ਮੀਡੀਆ ਤੇ ਦੇਖੂ ਜਾਂ ਉਹਦਾ ਪਰਿਵਾਰ ਉਹਨਾਂ ਚੀਜ਼ਾਂ ਨੂੰ ਜਦੋਂ ਦੇਖੂਗਾ ਜਾਂ ਵਾਰ-ਵਾਰ ਦੇਖਦਾ ਹੋਊਗਾ, ਹੈ ਨਾ, ਵੀ ਉਹ ਉਸ ਚੀਜ਼ ਤੋਂ ਮੈਨੂੰ ਨਹੀਂ ਲੱਗਦਾ, ਮੈਂ ਗਰੰਟੀ ਨਾਲ ਕਹਿ ਸਕਦੀ ਹਾਂ ਵੀ ਜੇ ਉਹਦੀ ਮੈਂਟਲ ਥੈਰੇਪੀ ਨਾ ਹੋਈ ਜਾਂ ਉਹਨੂੰ ਮੈਂਟਲ ਮਤਲਬ ਹੈਲਥ ਉਹਦੀ ਨਾ ਸੰਭਾਲੀ ਗਈ ਤਾਂ ਮੈਨੂੰ ਨਹੀਂ ਲੱਗਦਾ ਵੀ ਜ਼ਿੰਦਗੀ 'ਚ ਕਦੇ ਇਸ ਟਰਾਮਾ ਤੋਂ ਬਾਹਰ ਆ ਸਕਦੀ ਹੈ ਨਾ। ਤਾਂ ਹੁਣ ਉਹਦੇ 'ਤੇ ਵੀ ਰਿਐਕਸ਼ਨ ਕੀ ਹੋਊਗਾ ਵੀ ਜਦੋਂ ਕਿਤੋਂ ਕੁੜੀ ਲੰਘੂਗੀ ਜਾਂ ਉਹਦਾ ਪਰਿਵਾਰ ਲੰਘੂਗਾ, ਜਦੋਂ ਕਿਤੇ ਉਹ ਸਮਾਜ 'ਚ ਵਿਚਰਨਗੇ, ਹੈ ਨਾ, ਸਾਰੇ ਮਤਲਬ ਉਹਨਾਂ ਦੀ ਪਿੱਠ ਪਿੱਛੇ ਮੂੰਹ ਜੋੜ ਗੱਲਾਂ ਕਰਨਗੇ ਵੀ ਇਹਦੇ ਨਾਲ ਆਏ ਹੋ ਗਿਆ ਸੀ, ਵਿਚਾਰੀ ਦੇ ਨਾਲ ਆਏ ਹੋ ਗਿਆ ਸੀਗਾ, ਵੀ ਇਹਨਾਂ ਦੀ ਕੁੜੀ ਨਾਲ ਵਿਚਾਰਾ ਪਿਓ ਆਏ ਤੁਰਿਆ ਫਿਰਦਾ, ਹੈ ਨਾ। ਆਪਾਂ ਮਤਲਬ ਕਿ ਜਿਹੜੇ ਬੰਦੇ ਨਾਲ ਗਲਤ ਹੋਇਆ ਉਹਨੂੰ ਹੀ ਮਹਿਸੂਸ ਕਰਾਉਣ ਲੱਗ ਜਾਂਦੇ ਆ ਕਿ ਮਤਲਬ ਤੇਰੇ ਨਾਲ ਤਾਂ ਕੁਛ ਘਟੀਆ ਹੋ ਗਿਆ, ਓਏ ਹਾਏ, ਮਤਲਬ ਤੂੰ ਤਾਂ ਹੁਣ ਬਾਹਰ ਅੰਦਰ ਨਿਕਲਣ ਜੋਗਾ ਨਹੀਂ ਰਿਹਾ ਹੈਗਾ। ਜਦ ਕਿ ਇਹ ਚੀਜ਼ਾਂ ਉਹਨਾਂ ਲੋਕਾਂ ਨੂੰ ਮਹਿਸੂਸ ਹੋਣੀਆਂ ਚਾਹੀਦੀਆਂ, ਉਸ ਭੀੜ ਨੂੰ ਮਹਿਸੂਸ ਹੋਣੀਆਂ ਚਾਹੀਦੀਆਂ ਜਿਨ੍ਹਾਂ ਨੇ ਉਸ ਕੁੜੀ ਦੇ ਨਾਲ ਇਕੱਠੇ ਹੋ ਕੇ ਰਲ ਕੇ ਇੰਨੀ ਬਦਸਲੂਕੀ ਕੀਤੀ। ਉਹਨਾਂ ਦਾ ਸੁਸਾਇਟੀ ਦੇ ਵਿੱਚ ਨਿਕਲਣਾ ਵਿਚਰਨਾ ਔਖਾ ਹੋਣਾ ਚਾਹੀਦਾ ਵਾ। ਉਹਨਾਂ ਦਾ ਆਪਦੇ ਆਪ ਦਾ ਆਪਣਾ ਮੂੰਹ ਦੇਖਣਾ ਉਹਨਾਂ ਨੂੰ ਸ਼ੀਸ਼ੇ 'ਚ ਔਖਾ ਲੱਗਣਾ ਚਾਹੀਦਾ ਕਿ ਇਹ ਅਸੀਂ ਕੀ ਕਰ ਬੈਠੇ, ਹੈ ਨਾ, ਇਹ ਸਾਡੇ ਤੋਂ ਕਿੱਡਾ ਵੱਡਾ ਗੁਨਾਹ ਹੋ ਗਿਆ। ਪਰ ਨਹੀਂ, ਉਲਟ ਉਹ ਮਤਲਬ ਫਕਰ ਦੇ ਨਾਲ ਘੁੰਮਣਗੇ। ਉਹਨਾਂ ਨੂੰ ਕੋਈ ਨਹੀਂ ਇਹ ਰਿਅਲਾਈਜ਼ ਕਰਾਊਗਾ ਕਿ ਜਾਂ ਉਹਨਾਂ ਦੇ ਅੱਗੇ ਪਿੱਛੇ ਕੋਈ ਉਹਨਾਂ ਨੂੰ ਜੈਸਚਰ ਜਾਂ ਕੋਈ ਇੱਦਾਂ ਦਾ ਮਤਲਬ ਸਿੰਬਲ ਨਹੀਂ ਉਹਨਾਂ ਤੱਕ ਜਾਊਗਾ ਵੀ ਹਾਂ ਤੁਸੀਂ ਗਲਤ ਕੀਤਾ, ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਸੀਗਾ, ਹੈ ਨਾ। ਉਹ ਲੋਕੀ ਉਨੇ ਪ੍ਰਾਊਡ ਦੇ ਨਾਲ ਸਗਾ ਤੇ ਅੱਗੇ ਨਾਲੋਂ ਹੋਰ ਚੌੜੇ ਹੋ ਕੇ ਘੁੰਮਣਗੇ ਵੀ ਅਸੀਂ ਕੀਤਾ ਸੀਗਾ, ਵੀ ਅਸੀਂ ਤਾਂ ਐਂ ਕਰਤਾ ਸੀਗਾ, ਫਿਰ ਅਸੀਂ ਤਾਂ ਐਂ ਕਰਤਾ ਸੀਗਾ। ਫਿਰ ਬਿਲਕੁਲ ਗੁਰਦੀਪ, ਦੇਖੋ ਇਹ 'ਚ ਨਾ ਅਸੀਂ ਸਾਰੇ ਭੂਮਿਕਾ ਨਿਭਾਉਂਦੇ ਹਾਂ, ਹੈ ਨਾ। ਜਿਵੇਂ ਮੰਨ ਲਓ ਵੀ ਮੇਰਾ ਇੱਕ ਬੱਚਾ, ਹੈ ਨਾ, ਮੈਂ ਸਾਰੀ ਜ਼ਿੰਦਗੀ ਇਸੇ ਚੀਜ਼ 'ਤੇ ਜ਼ੋਰ ਲਾ ਦੂੰ ਵੀ ਮੈਂ ਨਾ ਆਪਣੀ ਧੀ ਨੂੰ ਵੱਧ ਤੋਂ ਵੱਧ ਸਿਖਾਵਾਂ ਵੀ ਤੂੰ ਮਤਲਬ ਸਿਆਣੀਆਂ ਕੁੜੀਆਂ ਕੀ ਹੁੰਦੀਆਂ ਨੇ, ਹੈ ਨਾ। ਅਸੀਂ ਕਹਿੰਦੇ ਵੀ ਸਾਡੇ ਦੇਸ਼ ਦੀ ਸੰਸਕ੍ਰਿਤੀ ਬੜੀ ਵੱਡੀ ਆ, ਸਾਡਾ ਕਲਚਰ ਬਹੁਤ ਰਿਚ ਆ, ਹੈ ਨਾ। ਕੀ ਰਿਚ ਆ ਸਾਡਾ ਕਲਚਰ? ਤੁਹਾਨੂੰ ਲੱਗਦਾ ਵੀ ਸਾਡਾ ਕਲਚਰ ਰਿਚ ਆ? ਆਪਾਂ
ਆ ਦੁਪੱਟੇ ਸਾਰੇ ਪਾਸੇ ਕੱਜ ਕੇ ਬੈਠਦੇ ਆ ਹਨਾ। ਫਿਰ ਵੀ ਤੁਸੀਂ ਇੱਕ ਦੋ ਕਮੈਂਟਸ ਇਹੋ ਜਿਹੇ ਪੜੋਗੇ ਜਿੱਥੇ ਲੋਕਾਂ ਨੇ ਲਿਖਿਆ ਹੋਊਗਾ ਵੀ ਤੁਹਾਡੇ ਗਿੱਟੇ ਦਿਸਦੇ ਸੀਗੇ, ਤੁਸੀਂ ਸਿਰ ਤੇ ਚੁੰਨੀ ਲਿਆ ਕਰੋ, ਤੁਸੀਂ ਵਾਲ ਨਾ ਕੱਟੋ। ਹਾਂ, ਤੁਸੀਂ ਕਿਸੇ ਨੂੰ ਸੁਜੈਸਟ ਕਰ ਸਕਦੇ ਹੋ ਹਨਾ। ਜੇ ਤੁਹਾਨੂੰ ਉਹ ਚੀਜ਼ ਬੁਰੀ ਲੱਗੀ ਤਾਂ ਤੁਸੀਂ ਸੱਭਿਅਕ ਭਾਸ਼ਾ ਨਾਲ ਕਹਿ ਸਕਦੇ ਹੋ ਵੀ ਬਈ ਮੈਨੂੰ ਆਹ ਚੀਜ਼ ਨਹੀਂ ਚੰਗੀ ਲੱਗਦੀ, ਜੇ ਤੈਨੂੰ ਸਹੀ ਲੱਗਦਾ ਤੂੰ ਇਹ ਕਰ ਲਾ ਹਨਾ। ਆਪਾਂ ਕਦੀ ਨਹੀਂ ਕਹਿੰਦੇ ਹੈਗੇ ਵੀ ਮਤਲਬ ਨੰਗੇ ਹੋਣਾ ਜਾਂ ਫਿਰ ਕਿਸੇ ਵੀ ਤਰੀਕੇ ਦੇ ਨਸ਼ੇ ਕਰਨਾ ਫਰੀडम ਹੁੰਦੀ ਆ, ਜਾਂ ਤੁਸੀਂ ਕਹੋ ਕਿ ਉਹਦੇ 'ਚ ਤੁਸੀਂ ਐਡਵਾਂਸ ਸਮਝਦੇ ਹੋ ਆਪਣੇ ਆਪ ਨੂੰ, ਉਹ 'ਚ ਤੁਸੀਂ ਸਮਝਦੇ ਹੋ ਕਿ ਮੈਂ ਮਤਲਬ ਇੱਕ ਮਨੁੱਖ ਵਾਲੇ ਸਾਰੇ ਰਾਈਟਸ ਨੇ ਜਿਹੜੇ ਉਹਨਾਂ ਨੂੰ ਇੰਜੋਏ ਕਰ ਰਿਹਾ ਹੈ ਨਾ। ਜਿਹੜੇ ਲੋਕ ਕਿਸੇ ਦੀ ਕੁੜੀ ਦੇ ਨੰਗੇ ਗਿੱਟਿਆਂ 'ਤੇ ਵੀ ਰਿਐਕਟ ਕਰਦੇ ਨੇ ਹੈ ਨਾ, ਉਹੀ ਲੋਕ ਮੁੰਡਿਆਂ ਬਾਰੇ ਇਹ ਉਦਾਹਰਨਾਂ ਦਿੰਦੇ ਹੁੰਦੇ। ਇੱਥੋਂ ਤੱਕ ਵੀ ਸਾਡੇ ਲੀਡਰਾਂ ਦੀਆਂ ਵੀ ਇਹ ਸਟੇਟਮੈਂਟਸ ਹੁੰਦੀਆਂ ਨੇ ਵੀ ਮੁੰਡੇ ਤਾਂ ਇੱਦਾਂ ਹੀ ਹੁੰਦੇ ਨੇ, ਮੁੰਡਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਹੈ ਨਾ। ਕਿਉਂ ਹੋ ਜਾਂਦੀਆਂ ਨੇ ਬਈ? ਜੇ ਕੁੜੀ ਦਾ ਆਪਣੇ ਦਿਮਾਗ ਤੇ ਆਪਣੇ ਨੂੰ ਸਿਖਾਇਆ ਹੁੰਦਾ ਵੀ ਤੁਸੀਂ ਗਲਤੀ ਕਰ ਸਕਦੇ ਹੋ ਤੇ ਤੁਹਾਨੂੰ ਮਾਫੀ ਵੀ ਮਿਲ ਸਕਦੀ ਹੈ। ਬਿਲਕੁਲ। ਜੇ ਕੁੜੀ ਦਾ ਆਪਣੇ ਦਿਮਾਗ ਤੇ ਆਪਣੀ ਬਾਡੀ ਤੇ ਕੰਟਰੋਲ ਜ਼ਰੂਰੀ ਆ ਤਾਂ ਮੁੰਡਾ ਕੀ ਮਤਲਬ ਕਿਹੜੀ ਦੁਨੀਆ ਚੋਂ ਵੱਖਰੀ ਚੋਂ ਆਇਆ? ਨਾ ਹੀ ਮਤਲਬ ਇਹ ਨਹੀਂ ਹੈਗਾ ਕਿ ਕੁੜੀ ਦੂਜੇ ਜੈਂਡਰ ਨੂੰ ਸਾਰੀ ਉਮਰ ਮਤਲਬ ਐਂਟਰਟੇਨ ਕਰਨ ਲਈ ਆ ਹੈ ਨਾ, ਇਹ ਚੀਜ਼ ਨਹੀਂ ਹੁੰਦੀ। ਮੈਨੂੰ ਲੱਗਦਾ ਜਿੰਨੀ ਅਹਿਮੀਅਤ ਤੁਸੀਂ ਕੁੜੀ ਨੂੰ ਸਿਖਾ ਰਹੇ ਹੋ ਨਾ, ਤੂੰ 9 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਜਾ ਸਕਦੀ, ਤੂੰ ਇੰਨੇ ਵਜੇ ਆ ਨਹੀਂ ਕਰ ਸਕਦੀ, ਸਿਖਾਓ, ਬਹੁਤ ਜ਼ਰੂਰੀ ਆ ਸੁਸਾਇਟੀ 'ਚ ਰਹਿਣ ਲਈ ਹੈ ਨਾ। ਪਰ ਉਸ ਤੋਂ ਜ਼ਿਆਦਾ ਆਪਣੇ ਮੁੰਡੇ ਨੂੰ ਸਿਖਾਓ, ਉਹਨੂੰ ਇਹ ਚੀਜ਼ ਸਿਖਾਓ ਕਿ ਦੂਜਿਆਂ ਦੀਆਂ ਧੀਆਂ ਭੈਣਾਂ ਨੂੰ ਕਿਵੇਂ ਇੱਜ਼ਤ ਦਿੱਤੀ ਜਾਂਦੀ ਆ। ਜਦੋਂ ਆਪਾਂ ਛੋਟੇ ਹੁੰਦੇ ਸੀ ਤਾਂ ਆਪਾਂ ਨੂੰ ਹਮੇਸ਼ਾ ਇਹ ਚੀਜ਼ ਦੱਸੀ ਜਾਂਦੀ ਸੀ, ਆਪਣੇ ਭਰਾਵਾਂ ਨੂੰ ਵੀ ਦੱਸੀ ਜਾਂਦੀ ਸੀ ਵੀ ਲੋਕ ਕਹਿੰਦੇ ਹੁੰਦੇ ਸੀ ਪਿੰਡ ਦੀ ਹਰ ਕੁੜੀ ਮਤਲਬ ਆਪਣੀ ਧੀ ਭੈਣ ਹੁੰਦੀ ਆ ਹੈ ਨਾ। ਉਹ ਚੀਜ਼ ਹੁਣ ਕਿੱਥੇ ਆ? ਜਦੋਂ ਅਸੀਂ ਇਹ ਸਾਰੀ ਤਵੱਜੋ ਨਾ ਉਸ ਜੈਂਡਰ 'ਤੇ ਲਾ ਰਹੇ ਹਾਂ ਜਿਹੜਾ ਪਹਿਲਾਂ ਹੀ ਦਬਿਆ ਹੋਇਆ, ਤਾਂ ਫਿਰ ਇਹੀ ਕੁਛ ਹੋਣਾ ਸਾਡੇ ਆਲੇ ਦੁਆਲੇ ਹੈ ਨਾ। ਹਰ ਬੰਦੇ ਨੂੰ ਸਮਾਜ 'ਚ ਆਪਣੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ। ਮੈਂ ਇੱਕ ਮਾਂ, ਮੈਨੂੰ ਚਾਹੀਦਾ ਕਿ ਮੈਂ ਆਪਣੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਸਿਖਾਵਾਂ ਹੈ ਨਾ। ਤੁਸੀਂ ਆਪਣੇ ਆਪ ਨੂੰ ਇੱਕ ਜਰਨਲਿਸਟ ਦੇ ਤੌਰ 'ਤੇ ਦੇਖੋ ਤਾਂ ਤੁਹਾਨੂੰ ਚਾਹੀਦਾ ਕਿ ਜਿਹੜੇ ਲੋਕ ਸੁਸਾਇਟੀ ਨੂੰ ਚਲਾਉਣ ਵਾਲੇ ਨੇ, ਮੈਂ ਸੁਸਾਇਟੀ ਲਈ ਉਹਨਾਂ ਤੋਂ ਉਹੋ ਜਿਹੇ ਸਵਾਲਾਂ ਦੀ ਜਵਾਬਦੇਹੀ ਮੰਗਾਂ ਹੈ ਨਾ ਕਿ ਤੁਸੀਂ ਕੀ ਕਰ ਰਹੇ ਹੋ। ਸਾਡੇ ਜਰਨਲਿਸਟ ਕੀ ਪੁੱਛ ਰਹੇ ਨੇ? ਤੁਹਾਡਾ ਵਿਆਹ ਕਦੋਂ ਹੋਇਆ ਸੀ, ਤੁਸੀਂ ਖਾਂਦੇ ਕੀ ਹੋ, ਤੁਸੀਂ ਰਹਿੰਦੇ ਕੀ ਇੱਥੇ ਹੋ, ਤੁਸੀਂ ਸ਼ਾਪਿੰਗ ਕਿੱਥੇ ਕਰ ਰਹੇ ਹੋ, ਪ੍ਰਪੋਜ਼ ਕਿਹਨੇ ਕੀਤਾ ਹੈ ਨਾ। ਕੀ ਮਤਲਬ ਲੀਡਰਸ ਇਸ ਪੋਲਿਸੀਜ਼ 'ਤੇ ਕੰਮ ਕਰਦੇ ਆ? ਤੁਸੀਂ ਮੈਨੂੰ ਪੁੱਛ ਸਕਦੇ ਹੋ ਵੀ ਭੈਣੇ ਤੁਹਾਡਾ ਵਿਆਹ ਕਦੋਂ ਹੋਇਆ ਸੀ, ਕਿਉਂਕਿ ਮੈਂ ਮਤਲਬ ਮੈਂ ਕਿਸੇ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ ਲਈ ਜਵਾਬਦੇਹ ਨਹੀਂ ਹੈ ਨਾ। ਪੁੱਛ ਸਕਦੇ ਆ, ਮੈਂ ਨਹੀਂ ਕਹਿੰਦੀ, ਉਹਨਾਂ ਨੂੰ ਵੀ ਅਸੀਂ ਸਵਾਲ ਕਰ ਸਕਦੇ ਹਾਂ, ਪਰ ਮੌਕਾ, ਹਾਂ ਮੌਕਾ ਦੇਖੋ ਤੁਸੀਂ। ਕਿਉਂਕਿ ਹੁਣ ਜਿਹੜਾ ਸਾਡੇ ਕੋਲੇ ਮੌਕਾ, ਹੁਣ ਸਾਡੇ ਕੋਲ ਮੌਕਾ ਵੀ ਅਸੀਂ ਉਹਨਾਂ ਨੂੰ ਸਾਡੇ ਜੋ ਸਾਡੇ ਲਈ ਕੰਮ ਕਰ ਰਹੇ ਨੇ ਉਹਨਾਂ ਚੀਜ਼ਾਂ ਤੇ, ਸਾਡੇ ਹੱਕਾਂ ਦੇ ਉੱਪਰ ਜਿਹੜੀਆਂ ਸਾਡੀਆਂ ਪਾਲਿਸੀਜ਼ ਨੇ, ਹੁਣ ਅਸੀਂ ਉਹਨਾਂ ਤੇ ਸਵਾਲ ਕਰੀਏ। ਜਿਵੇਂ ਹੁਣ ਆਪਾਂ ਇੱਕ ਪ੍ਰੋਗਰਾਮ ਕਰਦੇ ਹਾਂ ਮੁਹੱਬਤਨਾਮਾ, ਹੋ ਸਕਦਾ ਵੀ ਆਉਣ ਵਾਲੇ ਟਾਈਮ 'ਚ ਕੋਈ ਪੋਲੀਟੀਸ਼ੀਅਨ ਵੀ ਸਾਡੇ ਉਸ ਪ੍ਰੋਗਰਾਮ ਦਾ ਹਿੱਸਾ ਹੋਵੇ, ਕੋਈ ਬਿਊਰੋਕਰੈਟ ਸਾਡੇ ਪ੍ਰੋਗਰਾਮ ਦਾ ਹਿੱਸਾ ਹੋਵੇ ਹੈ ਨਾ, ਪਰ ਉਹ ਮੌਕਾ ਅਲੱਗ ਹੋਊਗਾ। ਮੈਂ ਨਹੀਂ ਕਹਿੰਦੀ ਵੀ ਆਪਣੇ ਆਪ ਨੂੰ ਆਪਾਂ ਜਸਟੀਫਾਈ ਨਹੀਂ ਕਰ ਰਹੇ ਹੈਗੇ, ਪਰ ਹੁਣ ਜਿਵੇਂ ਹੁਣ ਸਾਰਿਆਂ ਨੂੰ ਪਤਾ 20 ਫਰਵਰੀ ਨੂੰ ਵੋਟਾਂ ਪੈਣੀਆਂ ਨੇ, ਪਰ ਸਾਡੇ ਕੋਲੇ ਹੁਣ ਮੌਕਾ, ਕਿਉਂਕਿ ਹਰ ਪੋਲੀਟੀਸ਼ੀਅਨ ਬਹੁਤ ਈਜ਼ੀਲੀ ਇੰਟਰਵਿਊ ਦੇ ਰਿਹਾ ਵਾ ਹੈ ਨਾ, ਅਪਰੋਚੇਬਲ ਆ, ਐਕਸੈਸਿਬਲ ਆ ਸਾਰਾ ਕੁਛ। ਮੈਨੂੰ ਲੱਗਦਾ ਕਿ ਹੁਣ ਸਾਡੇ ਕੋਲ ਬਹੁਤ ਵੱਡਾ ਮੌਕਾ ਕਿ ਅਸੀਂ ਉਹਨਾਂ ਨੂੰ ਜਾ ਕੇ ਸਵਾਲ ਕਰੀਏ। ਬਿਲਕੁਲ, ਵੀ ਸਾਡੇ ਲਈ ਤੁਸੀਂ ਕੀ ਕਰੋਗੇ, ਸਾਡੇ ਲਈ ਤੁਸੀਂ ਪਿਛਲੇ 50 ਸਾਲਾਂ 'ਚ ਕੀ ਕੀਤਾ ਵਾ ਹੈ ਨਾ। ਇਹ ਨਹੀਂ ਕਿ ਹਾਂ ਪੋਲੀਟੀਸ਼ੀਅਨ ਨੂੰ ਤੁਸੀਂ ਮਤਲਬ ਪੋਲੀਟਿਕਸ ਤੋਂ ਇਲਾਵਾ ਜਾਂ ਉਹਦੇ ਪ੍ਰੋਫੈਸ਼ਨ ਤੋਂ ਇਲਾਵਾ ਕੋਈ ਗੱਲ ਜਾਂ ਸਵਾਲ ਨਹੀਂ ਕਰ ਸਕਦੇ, ਜ਼ਰੂਰ ਕਰ ਸਕਦੇ ਹੋ ਜੀ, ਸਦਕੇ ਕਰੋ, ਪਰ ਮੌਕਾ ਦੇਖੋ। ਹਾਂ ਮੌਕਾ ਦੇਖੋ। ਇਸੇ ਚੀਜ਼ ਲਈ ਗੁਰਦੀਪ ਇਹੀ ਚੀਜ਼ ਹੈ ਕਿ ਆਪਾਂ ਕਹਿ ਦਿੰਦੇ ਹਾਂ ਵੀ ਜਿਹੜਾ ਬੰਦਾ 5 ਸਾਲ ਕੁਰਸੀ ਤੇ ਬੈਠ ਕੇ ਆ ਹੈ ਨਾ, ਮੁੜ ਕੇ ਉਹ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦਾ। ਨੇੜੇ ਕੌਣ ਲੱਗਦਾ? ਮੀਡੀਆ ਲੱਗ ਸਕਦਾ ਹੈ ਨਾ, ਪਰ ਮੀਡੀਆ ਮਤਲਬ ਬਿਲਕੁਲ ਇਹ ਜ਼ਿੰਮੇਵਾਰੀ ਜੇ ਨਾ ਸਮਝੇ ਵੀ ਹਾਂ ਅਸੀਂ ਮਤਲਬ ਇੱਕ ਲੀਡਰ ਆ, ਉਹ ਤੁਹਾਡੀ ਕੰਟਰੀ ਨੂੰ ਪ੍ਰੈਜ਼ੈਂਟ ਕਰ ਰਿਹਾ ਹੈ ਨਾ। ਇੱਕ ਜਰਨਲਿਸਟ ਹੁੰਦਾ ਜਿਹੜਾ ਪਬਲਿਕ ਦੀਆਂ ਮੰਗਾਂ ਲੈ ਕੇ ਉੱਥੇ ਜਾਵੇ, ਪਬਲਿਕ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਦੱਸੇ ਹੈ ਨਾ। ਸਾਡੇ ਦੇਸ਼ ਤੇ USA 'ਚ ਕਹਿੰਦੇ ਸਭ ਤੋਂ ਜ਼ਿਆਦਾ ਰੇਪ ਹੁੰਦੇ ਨੇ ਹੈ ਨਾ। USA ਨੂੰ ਤਾਂ ਅਸੀਂ ਮਤਲਬ ਵੈਸਟਰਨ ਕੰਟਰੀਜ਼ ਨੂੰ ਤਾਂ ਅਸੀਂ ਭੰਡਦੇ ਹਾਂ ਵੀ ਉੱਥੇ ਤਾਂ ਲੋਕਾਂ ਦਾ ਕਲਚਰ ਨਹੀਂ ਹੁੰਦਾ, ਉੱਥੇ ਤਾਂ ਲੋਕ ਮਤਲਬ ਬਿਲਕੁਲ ਵੀ ਉਹਨਾਂ ਦੇ ਮੈਨਰਸ ਨਹੀਂ ਹੁੰਦੇ, ਉਹਨਾਂ ਕੋਲ ਆਹ ਚੀਜ਼ਾਂ ਨਹੀਂ ਹੁੰਦੀਆਂ ਹੈ ਨਾ। ਸਾਡੇ ਕੋਲ ਤਾਂ ਸਭ ਕੁਛ ਹੈ, ਸਾਡੇ 'ਚ ਵੀ ਉਨੇ ਹੀ ਹੋ ਰਹੇ ਨੇ, ਸਾਡੇ 'ਚ ਤਾਂ ਬਲਕਿ ਉਸ ਤੋਂ ਵੀ ਜ਼ਿਆਦਾ ਹੋ ਰਹੇ ਨੇ ਹੈ ਨਾ। ਅਤੇ ਮੈਨੂੰ ਲੱਗਦਾ ਹੈ ਕਿ ਉਹ 'ਚ ਸਾਰੇ ਲੋਕ ਹੀ ਭੂਮਿਕਾ ਨਿਭਾਉਂਦੇ ਨੇ। ਹੁਣ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਜੇ ਘਰੇ ਮੰਨ ਲਓ ਵੀ ਮੇਰੀ ਮਾਂ ਦੁੱਧ ਧਰ ਕੇ ਆਈ ਆ ਗੈਸ 'ਤੇ ਹੈ ਨਾ, ਉਹ ਉਬਲ ਰਿਹਾ, ਮੈਂ ਇਹ ਨਹੀਂ ਕਦੀ ਵੀ ਸੋਚੂ ਵੀ ਮੇਰੀ ਮਾਂ ਨੇ ਧਰਿਆ ਉਹੀ ਸੰਭਾਲੂ ਹੈ ਨਾ। ਮੈਨੂੰ ਲੱਗੂ ਯਾਰ ਮੇਰੇ ਘਰ ਦਾ ਨੁਕਸਾਨ ਹੋ ਰਿਹਾ, ਮੈਂ ਜਾ ਕੇ ਗੈਸ ਬੰਦ ਕਰਦਾ ਹੈ ਨਾ। ਸੁਸਾਇਟੀ ਵੀ ਉਹੀ ਆ, ਉਹ ਤੁਹਾਡਾ ਘਰ ਆ। ਜੇ ਅੱਜ ਕਿਸੇ ਦੇ ਬੱਚੇ ਨਾ ਹੋ ਰਿਹਾ, ਕੱਲ੍ਹ ਨੂੰ ਤੁਹਾਡੇ ਬੱਚੇ ਨੇ ਵੀ ਸੜਕ 'ਤੇ ਨਿਕਲਣਾ। ਬਿਲਕੁਲ, ਅਸੀਂ ਅੱਖਾਂ ਬੰਦ ਕਰ ਲੈਂਦੇ ਹਾਂ, ਅਸੀਂ ਦੇਖ ਕੇ ਜੇ ਅਸੀਂ ਮਤਲਬ 10 ਕਦਮ ਤੇਜ਼ ਚੱਲ ਰਹੇ, ਅਸੀਂ 20 ਦੀ ਸਪੀਡ ਨਾਲ ਚੱਲਣਾ ਸ਼ੁਰੂ ਕਰ ਦਾਂਗੇ ਵੀ ਯਾਰ ਮੈਂ ਕੀ ਲੈਣਾ ਹੈ ਨਾ।
ਤੇ ਜਦੋਂ ਮੈਂ ਕੀ ਲੈਣਾ, ਫਿਰ ਇਹੋ ਜਿਹੀਆਂ ਚੀਜ਼ਾਂ ਹੀ ਹੋਣਗੀਆਂ। ਭੈਣੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਬਹੁਤ ਗੰਭੀਰ ਹੋਣੀਆਂ ਚਾਹੀਦੀਆਂ ਨੇ, ਪਰ ਆਪਾਂ ਉਹਨਾਂ ਨੂੰ ਹਾਸੇ ਮਜ਼ਾਕ 'ਚ ਲੈ ਲੈਂਦੇ ਹਾਂ, ਹੈ ਨਾ। ਜਿਵੇਂ ਇੱਕ ਗੱਲ ਤੁਸੀਂ ਕਹੀ ਕਿ ਆਪਾਂ ਹਮੇਸ਼ਾ ਕੁੜੀ ਨੂੰ ਸਿਖਾਉਂਦੇ ਹਾਂ ਕਿ ਘਰ ਤੋਂ ਬਾਹਰ ਜਾਣਾ ਤਾਂ 9 ਵਜੇ ਤੋਂ ਬਾਅਦ ਨਹੀਂ ਤੁਸੀਂ ਜਾ ਸਕਦੇ, ਹੈ ਨਾ। ਚਲੋ ਜੋ ਵੀ ਹੈ, ਸੇਫਟੀ ਲਈ ਬਹੁਤ ਜ਼ਰੂਰੀ ਹੈ, ਮੈਂ ਨਹੀਂ ਕਹਿੰਦੀ ਨਹੀਂ ਹੋਣਾ ਚਾਹੀਦਾ। ਬਿੰਦੂ ਬਰਾੜ ਮੈਮ ਨੇ ਨਾ ਇੱਕ ਵਾਰੀ ਬਹੁਤ ਸੋਹਣੀ ਗੱਲ ਕਹੀ ਸੀਗੀ ਕਿ ਆਪਣੇ ਬੇਟੇ ਲਈ ਵੀ, ਮੈਂ ਜੋਸ਼ ਨੂੰ ਕਹਿੰਦੀ ਵੀ ਜੋਸ਼ ਜੋ ਤੂੰ ਮਰਜ਼ੀ ਕਰ, ਜਿੱਥੇ ਮਰਜ਼ੀ ਰਹਿ, ਜੋ ਮਰਜ਼ੀ ਖਾ ਪੀ, ਹੈ ਨਾ, ਪਰ ਤੇਰੇ ਨਾਲ ਜਿਹੜੀਆਂ ਕੁੜੀਆਂ ਬਹਿੰਦੀਆਂ ਉੱਠਦੀਆਂ ਨੇ, ਜਿਨ੍ਹਾਂ ਦੇ ਨਾਲ ਤੂੰ ਪੜ੍ਹਿਆ ਵਾ, ਹੈ ਨਾ, ਵੀ ਉਹਨਾਂ 'ਚੋਂ ਜੇ ਕੋਈ ਕੁੜੀ ਤੇਰੇ ਨਾਲ ਆ ਤਾਂ ਉਹ ਕੁੜੀ ਦੇ ਪੇਰੈਂਟਸ ਨੂੰ ਫਿਕਰ ਨਹੀਂ ਹੋਣਾ ਚਾਹੀਦਾ। ਬਿਲਕੁਲ, ਵੀ ਸਾਡੀ ਕੁੜੀ ਜੋਸ਼ ਦੇ ਨਾਲ ਆ, ਵੀ ਤੇਰਾ ਕਰੈਕਟਰ ਇਦਾਂ ਦਾ ਹੋਣਾ ਚਾਹੀਦਾ। ਹੋਰ ਮੈਂ ਤੇਰੇ ਤੋਂ ਜ਼ਿੰਦਗੀ 'ਚ ਕਦੇ ਕੁਛ ਨਹੀਂ ਮੰਗੂੰਗੀ ਤੇ ਨਾ ਮੈਂ ਮੰਗਾ, ਪਰ ਮੇਰੇ ਲਈ ਇੰਨਾ ਜ਼ਰੂਰ ਤੂੰ ਕਰਦੀ ਵੀ ਜਦੋਂ ਕੋਈ ਵੀ ਕੁੜੀ ਤੇਰੇ ਨਾਲ ਹੋਵੇ ਤਾਂ ਕੁੜੀ ਦੇ ਪੇਰੈਂਟਸ ਨੂੰ ਇਹ ਨਾ ਹੋਵੇ ਵੀ ਸਾਡੀ ਕੁੜੀ ਜੋਸ਼ ਦੇ ਨਾਲ ਆ। ਕਹਿੰਦੇ ਉਹਨਾਂ ਨੂੰ ਇਹ ਹੋਵੇ ਵੀ ਜੋਸ਼ ਦੇ ਨਾਲ ਆ, ਹਾਂ ਚੱਲ ਫਿਰ ਤਾਂ ਕੋਈ ਗੱਲ ਨਹੀਂ, ਫਿਰ ਤਾਂ ਠੀਕ ਆ, ਹੈ ਨਾ। ਇਹ ਪੇਰੈਂਟਸ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਨਿਆਣਿਆਂ ਨੂੰ ਕਨਵੇ ਕਰੇ ਕਿ ਸੁਸਾਇਟੀ, ਜੇ ਤੂੰ ਚਾਹੁੰਦਾ ਕਿ ਤੇਰੀ ਭੈਣ ਸੁਸਾਇਟੀ 'ਚ ਸਿਕਿਉਰ ਰਵੇ, ਸੇਫ ਰਵੇ, ਤਾਂ ਹੋਰ ਜਿਹੜੀਆਂ ਕੁੜੀਆਂ ਤੇਰੇ ਨਾਲ ਬਹਿੰਦੀਆਂ ਨੇ ਤਾਂ ਇੱਥੇ ਤੇਰਾ ਫਰਜ਼ ਬਣਦਾ ਕਿ ਤੂੰ ਉਹਨਾਂ ਦੇ ਲਈ ਵੀ ਓਨਾ ਹੀ ਸਿਕਿਉਰ ਅਤੇ ਸੇਫ ਮਾਹੌਲ ਕ੍ਰੀਏਟ ਕਰਕੇ ਰੱਖੇ। ਹੁਣ ਆਪਾਂ ਆਪਣੇ ਘਰਾਂ ਦੇ ਵਿੱਚ ਜਾ ਕੇ ਗੱਲ ਕਰ ਸਕਦੇ ਸੀਗੇ ਭੈਣੇ, ਜਾਂ ਵੀ ਫਲਾਣਾ ਮੁੰਡਾ ਮੈਨੂੰ ਬਹੁਤ ਚੰਗਾ ਲੱਗਦਾ, ਫਲਾਣੇ ਮੁੰਡੇ ਨਾਲ ਅੱਜ ਮੈਂ ਆਹ ਗੱਲ ਕੀਤੀ, ਉਹਨੂੰ ਮੈਂ ਛੇੜਤਾ, ਜਾਂ ਉੱਥੇ ਇੰਨੇ ਮੁੰਡੇ ਤੁਰੇ ਜਾਂਦੇ ਸੀ, ਅਸੀਂ ਹੱਸ ਕੇ, ਆਪਾਂ ਕਦੇ ਨਹੀਂ ਸੀ ਗੱਲ ਕਰ ਸਕਦੇ, ਹੈ ਨਾ, ਨਾ ਹੀ ਹੁਣ ਕਰ ਸਕਦੇ, ਹੈ ਨਾ। ਅਤੇ ਉੱਥੇ ਜੇ ਕੋਈ ਆ ਕੇ ਮਤਲਬ ਆਪਣਾ ਭਰਾ, ਜਾਂ ਮੈਂ ਉਦਾਹਰਣ ਦੇ ਰਹੀ ਹਾਂ, ਆਪਣਾ ਭਰਾ ਘਰੇ ਆ ਕੇ ਕਿਸੇ ਕੁੜੀ ਦੀ ਗੱਲ ਕਰਦਾ, ਹੈ ਨਾ, ਫਲਾਣੀਆਂ ਕੁੜੀਆਂ, ਜਾਂ ਅੱਜ ਉੱਥੇ ਇੰਨੀਆਂ ਕੁੜੀਆਂ ਸੀਗੀਆਂ, ਜਾਂ ਇਹ ਉਹ, ਆਪਾਂ ਉਹਨਾਂ ਚੀਜ਼ਾਂ ਨੂੰ ਮਤਲਬ ਇੰਜੋਏ ਕਰਦੇ ਹਾਂ। ਘਰ ਦੇ ਵੀ ਹੱਸ ਪੈਂਦੇ ਨੇ। ਜੇ ਕੋਈ ਆ ਕੇ ਕਹਿੰਦਾ ਵੀ ਮੈਂ ਫਲਾਣੀ ਕੁੜੀ ਮੈਨੂੰ ਪਸੰਦ ਆ, ਮੈਂ ਤਾਂ ਉਹਦੇ ਨਾਲ ਵਿਆਹ ਕਰਾਉਣਾ, ਸਾਰੇ ਘਰ ਦੇ ਕਹਿ ਦਿੰਦੇ ਨੇ, ਇੱਕ ਵਾਰ ਨਹੀਂ ਕਹਿੰਦਾ ਕੋਈ ਵੀ ਕਿਉਂ, ਕੀ ਗੱਲ, ਤੂੰ ਕੌਣ ਹੁੰਦਾ ਦੀ ਚੋਇਸ ਰੱਖਣ ਨਾਲ, ਹੈ ਨਾ। ਸੋ ਮੈਨੂੰ ਲੱਗਦਾ ਕਿ ਉਹਨੂੰ ਲੱਗਦਾ ਕਿ ਮੇਰੇ ਲਈ ਇਹ ਬਹੁਤ ਵੱਡਾ ਮੈਟਰ ਨਹੀਂ ਹੈ ਜੇ ਮੈਂ ਕਿਸੇ ਕੁੜੀ ਨੂੰ ਨੁਕਸਾਨ ਪਹੁੰਚਾ ਵੀ ਦੇਵਾਂ, ਹੈ ਨਾ। ਕਿਉਂਕਿ ਉਹਨੂੰ ਸ਼ੁਰੂ ਤੋਂ ਹੀ ਆਦਤ ਆ, ਘਰੇ ਉਹਦੀ ਹਰ ਇੱਕ ਚੀਜ਼ ਐਕਸੈਪਟੇਬਲ ਆ, ਹੈ ਨਾ। ਮੈਂ ਬਾਹਰ ਕਿਸੇ ਮੁੰਡੇ ਨੂੰ ਨੁਕਸਾਨ ਨਹੀਂ ਪਹੁੰਚਾਊਂਗੀ ਕਿਉਂਕਿ ਮੈਨੂੰ ਪਤਾ ਵਾ ਵੀ ਇਹ ਚੀਜ਼ ਐਕਸੈਪਟੇਬਲ ਨਹੀਂ ਹੈਗੀ, ਹੈ ਨਾ। ਜਦੋਂ ਆਪਾਂ ਕਿਸੇ ਕੁੜੀ ਦਾ ਮਜ਼ਾਕ, ਜਾਂ ਮੁੰਡਾ ਕੋਈ ਕੁੜੀ ਦੇ ਆ ਕੇ ਘਰੇ ਗੱਲ ਕਰਦਾ ਜਾਂ ਕਹਿੰਦਾ ਮੈਂ ਤਾਂ ਫਲਾਣੀ ਮੈਨੂੰ ਪਸੰਦ ਆ, ਮੈਂ ਤਾਂ ਉਹੀ ਵਿਆਹ ਕੇ ਲੈ ਕੇ ਆਉਣੀ ਆ, ਆਪਾਂ ਸਾਰਾ ਟੱਬਰ ਉਹਦੇ ਆਲੇ ਦੁਆਲੇ ਹੋ ਜਾਂਦੇ, ਠੀਕ ਆ ਪੁੱਤ, ਤੇਰੇ ਨਾਲ ਆਪਾਂ ਨਾਲ। ਉਹਨੂੰ ਇਹ ਲੱਗਦਾ ਕਿ ਇੱਥੇ ਮੈਂ ਸੁਪੀਰੀਅਰ ਆ, ਮੈਂ ਜੋ ਚਾਹੁੰਦਾ, ਜੋ ਮੈਂ ਕਰਨਾ ਚਾਹੁੰਦਾ ਉਹ ਮੈਂ ਕਰ ਸਕਦਾ ਵਾਂ ਕਿਉਂਕਿ ਮੇਰਾ ਹੱਕ ਵਾ, ਹੈ ਨਾ। ਇਹ ਛੋਟੀਆਂ ਛੋਟੀਆਂ ਮਤਲਬ ਮਾਨਸਿਕਤਾ ਹੀ ਹੁੰਦੀ ਆ, ਇਹਨਾਂ ਚੀਜ਼ਾਂ ਨੇ ਤੁਹਾਡੀ ਮਾਨਸਿਕਤਾ ਡਿਸਾਈਡ ਕਰਨੀ ਹੁੰਦੀ ਆ। ਇੱਕ ਨਾ ਮੈਂ ਕੋਈ ਇੰਟਰਵਿਊ ਕੀਤੀ ਸੀ ਅਤੇ ਆਪਣੇ ਮੁੰਡਾ ਪਵਨਦੀਪ ਸਿੱਖੋਂ ਆਸਟ੍ਰੇਲੀਆ ਤੋਂ, ਅਤੇ ਆਪਣਾ ਬਹੁਤ ਵਧੀਆ ਵਿਊਅਰ ਆ ਉਹ ਮੈਨੂੰ ਫੀਡਬੈਕ ਕਰ ਰਿਹਾ ਸੀ, ਭੈਣੇ ਵੀ ਉਹ ਇੰਟਰਵਿਊ ਦੇਖੀ ਵਧੀਆ ਸੀ, ਅਤੇ ਮੈਨੂੰ ਹੱਸ ਪਿਆ, ਕਹਿੰਦੇ ਤੁਸੀਂ ਮੈਂਟਲ ਹੈਲਥ ਦਾ ਸਵਾਲ ਨਹੀਂ ਛੱਡਦੇ। ਮੈਨੂੰ ਲਿਖਿਆ, ਮੈਂ ਕਿਹਾ ਵੀ ਕਿਉਂਕਿ ਪਵਨ ਮੈਨੂੰ ਲੱਗਦਾ ਕਿ ਇਸ ਚੀਜ਼ 'ਤੇ ਗੱਲ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਸਭ ਤੋਂ ਘੱਟ ਆਪਾਂ ਮੈਂਟਲ ਹੈਲਥ 'ਤੇ ਹੀ ਗੱਲ ਕਰਦੇ ਹਾਂ। ਹੁਣ ਜਿਹੜੇ ਲੋਕ ਜਿਹੜੇ ਉਸ ਬੰਦੇ ਨੇ ਕੁੜੀ ਦੇ ਮੂੰਹ 'ਚ ਪਿਸ਼ਾਬ ਕੀਤਾ, ਹੈ ਨਾ, ਤੁਹਾਨੂੰ ਕੀ ਲੱਗਦਾ ਕਿ ਉਹ ਮੈਂਟਲੀ ਹੈਲਦੀ ਆ? ਜਾਂ ਜਿਹੜੀਆਂ ਜਨਾਨੀਆਂ ਉੱਥੇ ਖੁਦ ਜਨਾਨੀਆਂ ਹੋ ਕੇ ਇੱਕ ਕੁੜੀ ਦਾ ਜਲੂਸ ਕੱਢ ਰਹੀਆਂ ਸੀ, ਤੁਹਾਨੂੰ ਕੀ ਲੱਗਦਾ ਵੀ ਉਹ ਮੈਂਟਲੀ ਹੈਲਦੀ ਸੀਗੀਆਂ? ਯਾਰ ਉਹ ਸਾਰੇ ਮੈਂਟਲ ਡਿਸਆਰਡਰ ਦੇ ਕੇਸਿਸ ਨੇਗੇ, ਆਪਾਂ ਉਹਨਾਂ ਚੀਜ਼ਾਂ ਨੂੰ ਪਛਾਣਦੇ ਹੀ ਨਹੀਂ ਹੈਗੇ। ਆਪਾਂ ਹੁਣ ਬਹੁਤ ਛੋਟਾ ਬੱਚਾ ਵਾ, ਹੈ ਨਾ, ਛੋਟਾ ਜਿਹਾ ਬੱਚਾ, 4 ਸਾਲ ਦਾ ਬੱਚਾ, ਯਾਰ ਜ਼ਿੱਦ ਕਿਵੇਂ ਕਰ ਸਕਦਾ? ਪਹਿਲਾਂ ਮੈਨੂੰ ਇਹ ਦੱਸੋ ਤੁਸੀਂ, ਉਹਨੂੰ ਕਿਵੇਂ ਪਤਾ ਵੀ ਮੈਂ ਰੋ ਕੇ ਹਰ ਗੱਲ ਆਪਦੀ ਮਨਵਾਉਣੀ ਆ ਨਾ? ਇਹ ਮੈਂਟਲ ਬਿਹੇਵੀਅਰ ਮੈਨੇਜਮੈਂਟ ਕਹਿ ਦਿੰਦੇ ਨੇ। ਬਾਹਰਲੇ ਜਦੋਂ ਆਪਾਂ ਕੰਟਰੀਆਂ 'ਚ ਜਾਂਦੇ ਹਾਂ ਨਾ, ਉੱਧਰ ਨਿਆਣਿਆਂ ਨੂੰ ਕਲਾਸਾਂ ਦੇ ਵਿੱਚ ਪਾਇਆ ਹੁੰਦਾ ਵੀ ਇਹ ਬਿਹੇਵੀਅਰ ਮੈਨੇਜਮੈਂਟ ਦੇ ਕੇਸਿਸ ਨੇਗੇ, ਹੈ ਨਾ। ਆਪਾਂ ਕੰਮ ਹੀ ਨਹੀਂ ਕਰਦੇ, ਆਪਾਂ ਸ਼ੁਰੂ ਤੋਂ ਕਹਿੰਦੇ ਹਾਂ ਵੀ ਨਿਆਣੇ ਹੁੰਦੇ ਨੂੰ ਆਪਾਂ ਕਹੀਆਂ ਨੇ ਵੀ ਜਿੱਦ ਕਰਦਾ, ਚੱਲ ਨਿਆਣਾ ਇਹਨੂੰ ਕੀ ਪਤਾ ਵਾ, ਹੈ ਨਾ। ਵੱਡੇ ਹੁੰਦੇ ਨੂੰ ਆਪਾਂ ਕਹਿੰਦੇ ਨੇ ਯਾਰ ਇਹਦਾ ਤਾਂ ਸੁਭਾਅ ਬਣ ਗਿਆ, ਇਹਦਾ ਤਾਂ ਸੁਭਾਅ, ਇਹ ਤਾਂ ਛੋਟੇ ਹੁੰਦੇ ਤੋਂ ਐਵੇਂ ਕਰਦਾ ਰਿਹਾ, ਫਿਰ ਤੁਸੀਂ ਉਹਨੂੰ ਕਿਉਂ ਨਹੀਂ ਰੋਕਿਆ? ਫਿਰ ਤੁਸੀਂ ਉਹਦਾ ਸੁਭਾਅ ਕਿਉਂ ਨਹੀਂ ਬਦਲਿਆ? ਜਦ ਤੁਹਾਨੂੰ ਪਤਾ ਵੀ ਅੱਜ ਤਾਂ ਚਲੋ ਨਿਆਣਾ ਵਾ, ਕੋਈ ਬਹੁਤਾ ਨੁਕਸਾਨ ਇਹ ਤੁਹਾਨੂੰ ਪਹੁੰਚਾ ਨਹੀਂ ਸਕਦਾ, ਪਰ ਜਦੋਂ ਆਪਦੇ ਆਪ 'ਚ ਹੋ ਗਿਆ, ਸਭ ਕੁਛ ਕਰਨ ਯੋਗ ਹੋ ਗਏ, ਫਿਰ ਤਾਂ ਪਹੁੰਚਾ ਸਕਦਾ ਨਾ। ਫਿਰ ਤੁਸੀਂ ਕਿਉਂ ਨਹੀਂ ਬਦਲਦੇ ਹੈਗੇ? ਆਪਾਂ ਕਦੇ ਵੀ ਜਿਹੜੇ ਕੇਸਿਸ ਨੇ ਨਾ, ਤੁਹਾਨੂੰ ਕੀ ਲੱਗਦਾ ਵੀ ਬਲਾਤਕਾਰ ਕਿਉਂ ਹੁੰਦੇ ਨੇ? ਕਿਉਂਕਿ ਸਾਡਾ ਆਪੇ 'ਤੇ ਕੰਟਰੋਲ ਨਹੀਂ ਹੁੰਦਾ ਹੈਗਾ, ਸਾਡੀਆਂ ਆਪਦੀਆਂ ਭਾਵਨਾਵਾਂ 'ਤੇ ਕੰਟਰੋਲ ਨਹੀਂ ਹੁੰਦਾ। ਅਸੀਂ ਉੱਥੇ ਸੁੱਧ-ਬੁੱਧ ਖੋ ਦਿੰਦੇ ਹਾਂ, ਸਾਨੂੰ ਨਹੀਂ ਪਤਾ ਲੱਗਦਾ ਕਿ ਇਹ ਚੰਗਾ ਵਾ ਜਾਂ ਮਾੜਾ ਵਾ, ਹੈ ਨਾ। ਤਾਂ ਉਹ ਸਾਰੇ ਮੈਂਟਲ ਹੈਲਥ ਦੇ ਕੇਸਿਸ ਹੁੰਦੇ ਨੇਗੇ। ਅਤੇ ਸਾਡੀ ਗਵਰਨਮੈਂਟ ਕੋਲ ਵੀ, ਮੇਰੀ ਜਾਣਕਾਰੀ 'ਚ, ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ ਨਹੀਂ ਲੱਗਦਾ ਕਿ ਸਾਡੀ ਕੰਟਰੀ ਕੋਲ ਕੋਈ ਮੈਂਟਲ ਹੈਲਥ ਦਾ ਕੋਈ ਪ੍ਰੋਗਰਾਮ ਆ ਜਿੱਥੇ ਅਸੀਂ ਲੋਕਾਂ 'ਚ ਸਰਵੇ ਜਾ ਕੇ ਕਰ ਸਕੀਏ। ਹਾਲਾਂਕਿ ਸਾਡੇ 'ਚੋਂ ਹਰ ਦੂਜਾ ਬੰਦਾ ਮਤਲਬ ਡਿਪਰੈਸ਼ਨ ਦੇ ਵਿੱਚ ਆ। ਹੁਣੇ ਆਪਾਂ ਗੱਲ ਕਰਦੇ ਸੀ, ਐਨਗਜ਼ਾਇਟੀ ਆਪਾਂ ਨੂੰ ਸਾਰਿਆਂ ਨੂੰ ਹੁੰਦੀ ਹੈ ਨਾ, ਪਰ ਆਪਾਂ ਉਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਦਿੰਦੇ। ਆਪਾਂ ਕਹਿੰਦੇ ਹੁੰਦਾ ਹੋ ਜੂ, ਚਲ ਠੀਕ ਹੋ ਜੂ, ਜਾਂ ਉਮਰ 'ਚ ਆ ਕੇ ਤਾਂ ਹੁੰਦਾ ਹੀ ਹੁੰਦਾ ਆ, ਹੈ ਨਾ।
ਤਾਂ ਮੈਨੂੰ ਲੱਗਦਾ ਵੀ ਇਹ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਇਹ ਲੋਕੀ ਮਾਨਸਿਕ ਤੌਰ ਤੇ ਸਿਹਤਮੰਦ ਨਹੀਂ ਹੈਗੇ, ਤਾਂ ਇਹਨਾਂ ਚੀਜ਼ਾਂ ਤੇ ਵੀ ਆਪਾਂ ਨੂੰ ਫੋਕਸ ਕਰਨਾ ਚਾਹੀਦਾ ਵਾ। ਬਿਲਕੁਲ। ਦੇਖੋ ਗੁਰਦੀਪ, ਆਪਾਂ ਹੁਣ ਜਿਵੇਂ ਨਾ ਕਈ ਵਾਰੀ ਬਹੁਤ ਕੇਸ ਦੇਖਦੇ ਆ ਹਨਾ ਕਿ ਆ ਲੋਕ ਕਹਿ ਦਿੰਦੇ ਆ ਵੀ ਜੀ ਮੁੰਡੇ ਨੂੰ ਕੁੜੀ ਪਸੰਦ ਆਈ, ਕੁੜੀ ਨੇ ਮਨਾ ਕਰਤਾ, ਤੇ ਫਿਰ ਬਹੁਤ ਸਾਰੇ ਤੁਸੀਂ ਐਸਿਡ ਅਟੈਕ ਦੇਖਦੇ ਹੋ ਹਨਾ, ਜਾਂ ਆ ਜਿਹੜੀ ਚੀਜ਼ ਹੋਈ ਇਹਦੇ 'ਚ ਵੀ ਲੋਕੀ ਇਹੀ ਕਹਿ ਰਹੇ ਨੇ ਕਿ ਮੁੰਡੇ ਨੇ ਸੁਸਾਈਡ ਕੀਤਾ ਹਨਾ। ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ 14 ਸਾਲ ਦੇ ਬੱਚੇ ਨੂੰ ਪਿਆਰ ਮੁਹੱਬਤ ਦਾ ਪਤਾ ਹੁੰਦਾ ਵੀ ਪਿਆਰ ਮੁਹੱਬਤ ਹੁੰਦੀ ਕੀ ਚੀਜ਼ ਆ ਹਨਾ। ਇੱਥੇ ਕਿਤੇ ਨਾ ਕਿਤੇ ਸਾਡੀਆਂ ਮਾਂ ਪਿਓ ਦੀਆਂ ਨਲਾਇਕੀਆਂ ਨੇ ਹਨਾ। ਜਿਵੇਂ ਤੁਸੀਂ ਉਹੀ ਕਿਹਾ ਵੀ ਅਸੀਂ ਐਨਾਲਾਈਜ਼ ਹੀ ਨਹੀਂ ਕਰਦੇ ਵੀ ਸਾਡੇ ਬੱਚੇ 'ਚ ਕੀ ਕਮੀ ਆ, ਕਿੱਥੇ ਸਾਨੂੰ ਉਹਨੂੰ ਟੋਕਣਾ ਚਾਹੀਦਾ, ਕਿੱਥੇ ਉਹਨੂੰ ਰੋਕਣਾ ਚਾਹੀਦਾ, ਕਿੱਥੇ ਸਾਨੂੰ ਉਹਨੂੰ ਗਾਈਡ ਕਰਨਾ ਚਾਹੀਦਾ ਹਨਾ। ਅਸੀਂ ਸਮਝ ਲੈਂਦੇ ਹਾਂ ਜਿਹੜਾ ਪਿਆਰ ਮੁਹੱਬਤ ਵਾਲੇ ਕੰਮ ਹੁੰਦੇ ਆ ਨਾ ਇਹ 20-25 ਸਾਲ ਦੀ ਉਮਰ ਤੋਂ ਬਾਅਦ ਦੇ ਹੁੰਦੇ ਨੇ, ਪਰ ਜਿਸ ਹਿਸਾਬ ਨਾਲ ਤੁਸੀਂ ਬੱਚੇ ਅੱਜ ਕੱਲ੍ਹ ਮਤਲਬ ਟੈਕਨੀਕਸ ਨਾਲ ਜੁੜੇ ਹੋਏ ਨੇ, ਮੋਬਾਈਲ ਦੇਖਦੇ ਨੇ, ਉਸ ਹਿਸਾਬ ਨਾਲ ਤੁਹਾਨੂੰ ਪਤਾ ਤੁਹਾਡੇ 10 ਸਾਲ ਦੇ ਬੱਚੇ ਨੂੰ ਵੀ ਸਭ ਕੁਝ ਪਤਾ ਹੈ ਨਾ। ਤੇ ਤੁਸੀਂ ਇਹ ਜ਼ਰੂਰਤ ਸਮਝੋ ਕਿ ਜਿਹੜੀ ਕਿ ਐਜੂਕੇਸ਼ਨ ਅੱਜ ਤੋਂ 20 ਸਾਲ ਪਹਿਲਾਂ ਤੁਸੀਂ 16-17 ਸਾਲ ਦੇ ਬੱਚੇ ਨੂੰ ਦੇ ਰਹੇ ਸੀ, ਉਹ ਤੁਹਾਨੂੰ ਅੱਜ ਦੇ 10 ਸਾਲ ਦੇ ਬੱਚੇ ਨੂੰ ਦੇਣੀ ਪਊਗੀ ਹੈ ਨਾ। ਦੂਜੀ ਗੱਲ ਆ, ਤੁਹਾਡੀ ਫੈਮਿਲੀ ਦੇ ਤੌਰ ਤਰੀਕੇ ਇੰਨੇ ਰਿਚ ਹੋਣੇ ਚਾਹੀਦੇ ਨੇ ਕਿ ਤੁਹਾਡਾ ਬੱਚਾ ਆਟੋਮੈਟਿਕਲੀ ਉਸ ਚੀਜ਼ ਨੂੰ ਦੇਖੇ। ਇੱਕ ਪਿਓ ਇੱਕ ਔਰਤ ਬਾਰੇ ਗੱਲ ਕਰਨ ਲੱਗਿਆ 100 ਵਾਰ ਸੋਚੇ ਕਿ ਮੇਰਾ ਇੱਕ ਜੇ ਬੱਚਾ ਮੁੰਡਾ ਖਾਸ ਕਰਕੇ ਉਸ ਚੀਜ਼ ਨੂੰ ਸੁਣ ਰਿਹਾ ਤਾਂ ਉਹਦੇ ਤੇ ਅਸਰ ਹੋਊਗਾ ਇਸ ਚੀਜ਼ ਦਾ ਹਨਾ। ਫਿਰ ਚਾਹੇ ਤੁਸੀਂ ਉਹਨੂੰ ਦਿਨ ਰਾਤ ਬੈਠ ਕੇ ਚੰਗੇ ਲੈਸਨ ਪੜ੍ਹਾ ਦਿਓ, ਉਹਦੇ ਤੇ ਅਸਰ ਉਹੀ ਹੋਊਗਾ ਜੋ ਇੱਕ ਪਿਓ ਬੋਲ ਰਿਹਾ ਹਨਾ। ਤੁਸੀਂ ਆਪਣੇ ਪਰਿਵਾਰਾਂ 'ਚ ਇਸ ਚੀਜ਼ ਨੂੰ ਪੱਕਾ ਕਰੋ। ਦੂਜੀ ਚੀਜ਼ ਮੈਨੂੰ ਸਭ ਤੋਂ ਜ਼ਿਆਦਾ ਬੁਰੀ ਚੀਜ਼ ਇਹ ਲੱਗੀ ਕਿ ਜਦੋਂ ਇੱਕ ਬੰਦਾ ਕ੍ਰਾਈਮ ਕਰਦਾ, ਚਾਹੇ ਉਹ ਕਿਸੇ ਤਰ੍ਹਾਂ ਦਾ ਵੀ, ਅਸੀਂ ਉਹਨੂੰ ਬਹੁਤ ਭੰਡਦੇ ਹਾਂ ਹਨਾ। ਅਸੀਂ ਉਹਨੂੰ ਕਹਿੰਦੇ ਉਹਨੂੰ ਤਾਂ ਮਾਰ ਦਿਓ, ਇਹਨੂੰ ਫਾਂਸੀ ਚੜ੍ਹਾ ਦਿਓ, ਇਹਨੂੰ ਗੋਲੀਆਂ ਨਾਲ ਭੰਨ ਦਿਓ। ਅੱਜ ਕੱਲ੍ਹ ਔਰਤਾਂ ਦੀ ਇਨਵੋਲਵਮੈਂਟ ਵੀ ਉਸ ਚੀਜ਼ 'ਚ ਘੱਟ ਨਹੀਂ ਹੈਗੀ ਹਨਾ। ਅਸੀਂ ਉਹਦੇ 'ਤੇ ਬਿਲਕੁਲ ਹੀ ਧਿਆਨ ਨਹੀਂ ਦਿੰਦੇ। ਉਹਦੇ 'ਚ ਦੇਖਿਆ ਉਹ ਤੁਸੀਂ ਇੱਕ ਭਾਰੇ ਜਿਹੇ ਸਰੀਰ ਦੀ ਔਰਤ ਆ ਨਾ ਜਿਹੜੀ, ਉਹ ਸਭ ਤੋਂ ਘਟੀਆ ਮੈਨੂੰ ਉਹ ਲੱਗੀ ਉਸ ਚੀਜ਼ 'ਚ। ਕਿਸੇ ਵੀ ਮੈਨੂੰ ਲੱਗਦਾ ਅਜੇ ਤੱਕ ਜਿਹੜੀਆਂ ਔਰਤਾਂ ਕਹਿ ਰਹੀਆਂ ਨੇ ਕਿ ਅਸੀਂ ਹਮੇਸ਼ਾ ਫੀਮੇਲਸ ਨੂੰ ਪ੍ਰੋਟੈਕਟ ਕਰਨ ਲਈ ਅੱਗੇ ਆਏ ਹਾਂ ਹੈ ਨਾ, ਅਸੀਂ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਏ ਹਾਂ, ਅੱਜ ਮੈਨੂੰ ਲੱਗਦਾ ਵੀ ਮੈਂ ਤੁਹਾਡੇ ਸਰੀਰ ਨੂੰ ਹੱਥ ਲਾਵਾਂ ਨਾ ਜ਼ਬਰਦਸਤੀ, ਸ਼ਾਇਦ ਤੁਸੀਂ ਉਸ ਚੀਜ਼ 'ਤੇ ਰਿਐਕਟ ਨਾ ਕਰੋ, ਪਰ ਜਦੋਂ ਇੱਕ ਮੇਲ ਤੁਹਾਨੂੰ ਮਤਲਬ ਜਿਹਦੇ ਨਾਲ ਤੁਹਾਡਾ ਕੋਈ ਰਿਸ਼ਤਾ ਨਹੀਂ, ਨਾ ਤੁਹਾਡਾ ਭਰਾ ਲੱਗਦਾ, ਨਾ ਤੁਹਾਡਾ ਪਿਓ ਲੱਗਦਾ, ਨਾ ਤੁਹਾਡਾ ਘਰ ਵਾਲਾ ਲੱਗਦਾ ਹੈ ਨਾ, ਉਹ ਤੁਹਾਨੂੰ ਕੁਣੀ ਵੀ ਲਾ ਦੂ ਤੁਹਾਨੂੰ ਅਨਕੰਫਰਟੇਬਲ ਮਤਲਬ ਫੀਲ ਹੁੰਦਾ ਹੈ ਨਾ ਕਿ ਮੈਂ ਇਸ ਚੀਜ਼ 'ਚ ਕੰਫਰਟੇਬਲ ਨਹੀਂ ਹਾਂ। ਤੁਸੀਂ ਦੇਖੋ ਉਸ ਔਰਤ ਨਾਲ ਇੰਨਾ ਕੁਛ ਹੋ ਰਿਹਾ ਤੇ ਇੱਕ ਔਰਤ ਉਹਦਾ ਸਾਥ ਦੇ ਰਹੀ ਹੈ ਨਾ, ਜਦ ਕਿ ਮੈਨੂੰ ਲੱਗਦਾ ਕਿ ਅਸੀਂ ਬਹੁਤ ਇਮੋਸ਼ਨਲ ਹੁੰਦੇ ਹਾਂ, ਸਾਨੂੰ ਸਾਡੇ ਤੋਂ ਵੱਧ ਉਸ ਤਕਲੀਫ ਨੂੰ ਨਹੀਂ ਕੋਈ ਸਮਝ ਸਕਦਾ। ਮੈਨੂੰ ਲੱਗਦਾ ਵੀ ਇਹੋ ਜਿਹੀਆਂ ਔਰਤਾਂ ਦੇ ਵੀ ਟੋਟੇ ਕਰਨੇ ਚਾਹੀਦੇ ਨੇ, ਸੱਚੀ ਕਰਨੇ ਚਾਹੀਦੇ ਨੇ ਹੈ ਨਾ। ਉਸ ਬੰਦੇ ਨਾਲੋਂ ਜ਼ਿਆਦਾ ਉਹ ਔਰਤਾਂ ਗੁਨਾਹਗਾਰ ਨੇ। ਜਿਹੜਾ ਬੰਦਾ ਤੁਸੀਂ ਕਿਹਾ ਵੀ ਉਹਦੇ ਮੂੰਹ 'ਚ ਪਿਸ਼ਾਬ ਕਰ ਰਿਹਾ, ਉਸ ਬੰਦੇ ਨੂੰ ਮੈਨੂੰ ਲੱਗਦਾ ਵੀ ਉਹਦੀ ਮਾਂ ਨੂੰ ਮਾਰ ਦੇਣਾ ਚਾਹੀਦਾ ਹੈ ਨਾ। ਉਹ ਮਾਂ ਉਹਦੇ ਨਾਲ ਕਿਵੇਂ ਸੇਫ ਮਹਿਸੂਸ ਕਰੂਗੀ, ਉਹ ਕੱਲ੍ਹ ਨੂੰ ਮਾਂ ਉਹਦੇ ਨਾਲ ਆਪਣੀ ਧੀ ਨੂੰ ਦੇਖ ਕੇ ਕਿਵੇਂ ਸੇਫ ਮਹਿਸੂਸ ਕਰੂਗੀ ਹੈ ਨਾ, ਜਾਂ ਉਹਦੀ ਵਾਈਫ ਨੂੰ ਉਹਦੇ ਨਾਲ ਰਹਿਣਾ ਕਿੰਨਾ ਕੁ ਵਧੀਆ ਲੱਗੂਗਾ। ਮੈਨੂੰ ਲੱਗਦਾ ਕਿ ਇਹ ਨਾ ਸੋਚੋ ਕਿ ਕਿਸੇ ਤੀਜੀ ਨਾਲ ਹੋਇਆ, ਇਹ ਸੋਚੋ ਕਿ ਜੇ ਕਰਨ ਵਾਲਾ ਤੁਹਾਡੇ ਘਰ ਦਾ ਮੈਂਬਰ ਆ, ਤੁਹਾਡੇ ਮਨ 'ਚ ਵੀ ਉਹਦੇ ਲਈ ਓਨੀ ਨਫ਼ਰਤ ਹੋਣੀ ਚਾਹੀਦੀ ਹੈ ਨਾ। ਜਦੋਂ ਇੱਕ ਕੁੜੀ ਰੈਡੀ ਸੀਗੀ ਜਿਹੜੀ ਹੈ ਨਾ, ਉਹਦੇ ਨਾਲ ਬਲਾਤਕਾਰ ਹੋਇਆ ਸੀਗਾ, ਤਾਂ ਤੁਸੀਂ ਮਤਲਬ ਹੈਰਾਨ ਰਹਿ ਜਾਓਗੇ ਕਿ ਜਦੋਂ ਰਿਪੋਰਟ ਨੂੰ ਤੁਸੀਂ ਮਤਲਬ ਬਾਅਦ 'ਚੋਂ ਮੀਡੀਆ 'ਚੋਂ ਚੀਜ਼ਾਂ ਆਈਆਂ ਹੈ ਨਾ, ਤਾਂ ਉਹਦੀ ਮਾਂ ਨੂੰ ਆ ਕੇ ਉਸ ਮੁੰਡੇ ਨੇ ਦੱਸਿਆ ਸੀ ਕਿ ਮੇਰੇ ਤੋਂ ਇਹ ਗਲਤੀ ਹੋ ਗਈ, ਅਤੇ ਉਹਦੀ ਮਾਂ ਉਹਨੂੰ ਪੁੱਛ ਰਹੀ ਸੀ ਵੀ ਕੋਈ ਗੱਲ ਨਹੀਂ ਤੂੰ ਰੋਟੀ ਖਾ ਲਾ ਪਹਿਲਾਂ ਹੈ ਨਾ। ਮੈਨੂੰ ਲੱਗਦਾ ਸੱਚੀ ਮਤਲਬ ਇਹੋ ਜਿਹੇ ਮਾਂ ਪਿਓ ਜਿਹੜੇ ਪਾਲਣ ਵਾਲੇ ਨੇ ਉਹ ਉਸ ਤੋਂ ਵੀ ਵੱਡੇ ਗੁਨਾਹਗਾਰ ਨੇ। ਜਦੋਂ ਅਸੀਂ ਪਹਿਲ ਕਰਾਂਗੇ ਨਾ ਉਹਨਾਂ ਲੋਕਾਂ ਨੂੰ, ਅਸੀਂ ਪਹਿਲਾਂ ਘਰ ਦੇ ਜਾ ਕੇ ਕਹਿਣਗੇ ਵੀ ਤੇਰੇ ਤੋਂ ਗਲਤੀ ਹੋਈ ਆ, ਤੂੰ ਗੁਨਾਹਗਾਰ ਆ ਅਤੇ ਤੈਨੂੰ ਇਸ ਚੀਜ਼ ਦੀ ਸਜ਼ਾ ਮਿਲਣੀ ਚਾਹੀਦੀ ਹੈ ਨਾ। ਤਾਂ ਮੈਨੂੰ ਲੱਗਦਾ ਅਗਲੀਆਂ ਬਹੁਤ ਸਾਰੀਆਂ ਪੀੜ੍ਹੀਆਂ ਸਾਡੇ ਬੱਚੇ ਇਹ ਚੀਜ਼ ਸੋਚਣਗੇ ਕਿ ਅਸੀਂ ਇਹ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ। ਅਸੀਂ ਹਰ ਗੱਲ ਪੁਲਿਸ 'ਤੇ ਸਿੱਟਦੇ ਹਾਂ, ਪੁਲਿਸ ਉੱਥੇ ਟਾਈਮ 'ਤੇ ਨਹੀਂ ਆਈ, ਪੁਲਿਸ ਨੇ ਇਹੋ ਜਿਹੀ ਭੂਮਿਕਾ ਸਹੀ ਨਹੀਂ ਨਿਭਾਈ, ਪਰ ਜਦੋਂ ਇਹ ਕੁਛ ਹੋ ਰਿਹਾ ਹੁੰਦਾ ਸਾਡੀ ਭੂਮਿਕਾ ਕੀ ਹੁੰਦੀ ਆ ਹੈ ਨਾ। ਨਹੀਂ, ਜਾਂ ਤੁਸੀਂ ਜਦੋਂ ਤੋਂ ਤੁਹਾਡੇ ਬੱਚੇ ਦਾ ਜਨਮ ਹੋਇਆ ਕੀ ਤੁਸੀਂ ਬਤੌਰ ਮਾਂ-ਬਾਪ ਇੱਕ ਚੰਗੀ ਭੂਮਿਕਾ ਨਿਭਾ ਸਕੇ? ਅਸੀਂ ਆਪਣੇ ਨਿਆਣੇ ਨੂੰ ਨਾ ਸੁਣਨ ਦੀ ਆਦਤ ਹੀ ਨਹੀਂ ਪਾਉਂਦੇ ਹੈਗੇ। ਬਿਲਕੁਲ। ਉਹਨੇ ਰੋਂਦਾ, ਉਹਨੇ ਮੋਬਾਈਲ ਲੈਣਾ, ਚੱਲ ਦੇ ਚੁੱਪ ਕਰ ਜੂਗਾ। ਉਹਨੇ ਬਾਹਰ ਗਏ ਕਿਸੇ ਚੀਜ਼ ਲਈ ਰੋਇਆ, ਚੱਲ ਲੈ ਦਿਓ ਯਾਰ ਚੁੱਪ ਕਰ ਜੂਗਾ। ਉਹਨੂੰ ਤੁਸੀਂ ਨਾ ਸੁਣਨ ਦੀ ਵੀ ਤਾਂ ਆਦਤ ਪਾਓ ਨਾ, ਉਹਨੂੰ ਇਹ ਆਦਤ ਪਾਓ ਵੀ ਤੈਨੂੰ ਜ਼ਿੰਦਗੀ 'ਚ ਕਦੇ ਮਨਾ ਵੀ ਕੀਤਾ ਜਾ ਸਕਦਾ ਵਾ, ਹੋ ਸਕਦਾ ਤੂੰ ਲਾਈਫ 'ਚ ਕੁਛ ਚਾਹੇ ਤੈਨੂੰ ਨਹੀਂ ਮਿਲੂਗਾ, ਉਹ ਇਹ ਵੀ ਪੋਸੀਬਿਲਿਟੀਜ਼ ਹੋ ਸਕਦੀਆਂ ਨੇ। ਅਸੀਂ ਸ਼ੁਰੂ ਤੋਂ ਹੀ ਨਿਆਣੇ ਨੂੰ ਨਾ ਸੁਣਨ ਦੀ ਆਦਤ ਨਹੀਂ ਪਾਉਂਦੇ ਹੈਗੇ। ਉੱਥੇ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਸਿਖਾਉਣ ਦੀ? ਮਾਂ-ਬਾਪ ਦੀ ਬਣਦੀ ਹੁੰਦੀ ਹੈ ਨਾ। ਇੱਕ ਨਾ ਜਿਵੇਂ ਮੈਂ ਕੁਛ ਚੀਜ਼ਾਂ ਆਪਾਂ ਹੁਣ ਜਿਵੇਂ ਚਲੋ ਪੇਰੈਂਟਸ ਆ, ਮੈਂ ਕੁਛ ਪੜ੍ਹਦੀ ਰਹਿੰਦੀ ਹਾਂ ਹੈ ਨਾ,
ਆਪਾਂ ਕਹਿੰਦੇ ਸ਼ੁਰੂ ਤੋਂ ਆਪਾਂ ਨਿਆਣੇ ਨੂੰ ਨਾ ਤਾਂ ਨਾ ਸੁਣਨ ਦੀ ਆਦਤ ਪਾਉਂਦੇ ਤੇ ਨਾ ਹੀ ਉਹਨੂੰ ਇਹ ਆਦਤ ਪਾਉਂਦੇ ਵੀ ਤੂੰ ਵੀ ਨਾ ਕਹਿ ਸਕਦਾ ਵਾ। ਮੰਨ ਲਓ ਕੋਈ ਕੁੜੀ ਛੋਟੀ ਬੱਚੀ ਆ ਕੋਈ, ਹੈ ਨਾ, ਆਪਾਂ ਨੂੰ ਧੱਕੇ ਨਾਲ ਕਵਾਂਗੇ, ਜੋ ਕਹੂਗੀ ਵੀ ਮੈਂ ਨਹੀਂ ਫਲਾਣੇ ਅੰਕਲ ਕੋਲੇ ਜਾਂ ਮੈਂ ਫਲਾਣੇ ਮਾਸੜ ਮਾਮੇ ਮਾਸੜ ਜਾਂ ਭੂਆ ਚਾਚੇ ਤਾਏ ਕੋਲੇ ਕਿਸੇ ਕੋਲ ਨਹੀਂ ਜਾਣਾ ਹੈਗਾ। ਆਪਾਂ ਕੀ ਕਰਦੇ, ਅੱਛਾ ਚੱਲ ਜਾ ਕੇ ਉਹਦੀ ਗੱਡੀ 'ਚ ਬੈਠ, ਜਾ ਕੇ ਉਹਦੇ ਨਾਲ ਐਂ ਕਰ, ਜਾ ਕੇ ਉਹਦੇ ਨਾਲ ਗੱਲ ਕਰ। ਕਹਿੰਦੇ ਛੋਟੇ ਚਾਹੇ ਛੋਟਾ ਬੱਚਾ ਫਿਰ ਵੀ ਉਹਦੀਆਂ ਇੰਟੂਇਸ਼ਨਸ ਬਹੁਤ ਸਟਰੋਂਗ ਹੁੰਦੀਆਂ ਨੇ। ਜਿਸ ਬੱਚੇ ਨੂੰ ਜਿਸ ਪਰਸਨ ਕੋਲੇ ਜਾ ਕੇ ਸੇਫ ਨਹੀਂ ਮਹਿਸੂਸ ਹੁੰਦਾ, ਬੱਚਾ ਉਹਦੇ ਨਾਲ ਖੁੱਲ੍ਹਦਾ ਨਹੀਂ ਆ, ਜੋ ਉਹਦੇ ਕੋਲੇ ਜਾਣ ਤੋਂ ਝਿਜਕੂਗਾ। ਕਹਿੰਦੇ ਪੇਰੈਂਟਸ ਇਸ ਚੀਜ਼ 'ਤੇ ਧਿਆਨ ਦੇਣ ਦੀ ਬਜਾਏ ਕਿ ਬਾਰ-ਬਾਰ ਕਹਿਣ 'ਤੇ ਵੀ ਤੁਹਾਡਾ ਬੱਚਾ ਫਲਾਣੇ ਬੰਦੇ ਕੋਲ ਜਾਣ ਤੋਂ ਮਤਲਬ ਝਿਜਕਦਾ ਵਾ ਜਾਂ ਉਹਨੂੰ ਜਦੋਂ ਵੀ ਉਹ ਮਿਲਦਾ ਉਹ ਰੋਂਦਾ ਵਾ। ਕਹਿੰਦੇ ਪੇਰੈਂਟਸ ਇੰਨਾ ਨਿਗਲੈਕਟ ਕਰਦੇ ਨੇ ਜਿੱਥੇ ਕਿ ਬੱਚਿਆਂ ਦੇ ਨਾਲ ਚਾਈਲਡ ਅਬਿਊਜ਼ ਸ਼ੁਰੂ ਹੁੰਦਾ ਹੈ ਨਾ। ਆਪਾਂ ਕਹਾਂਗੇ ਧੱਕੇ, ਚੱਲ ਗੋਦੀ ਚੜ੍ਹ ਜਾ ਫਲਾਣੇ ਦੀ, ਚੱਲ ਜਾ ਗੋਦੀ 'ਚ ਜਾ ਕੇ ਬਹਿ। ਕਹਿੰਦੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਆਪਦੇ ਬੱਚੇ ਨੂੰ ਕਦੇ ਵੀ ਧੱਕੇ ਨਾਲ ਕਿਸੇ ਦੀ ਗੋਦੀ 'ਚ ਨਾ ਬਿਠਾਓ, ਜਾਂ ਜੇ ਤੁਹਾਡਾ ਬੱਚਾ ਕਿਸੇ ਦੀ ਗੋਦੀ 'ਚ ਬੈਠਾ ਤਾਂ ਉਹਨਾਂ ਚੀਜ਼ਾਂ ਨੂੰ ਓਬਜ਼ਰਵ ਕਰਦੇ ਰਹੋ, ਹੈ ਨਾ। ਉਹੀ ਪਾਗਲ ਹੋ ਕੇ ਨਾ, ਅੰਨੇ ਹੋ ਕੇ ਨਾ ਬੈਠ ਜਾਓ ਵੀ ਇਹ ਤਾਂ ਸਾਡੇ ਰਿਸ਼ਤੇਦਾਰ ਦੀ ਜਾਂ ਆਪਦੇ ਸਕੇ ਦੀ ਕਿਸੇ ਗੋਦੀ 'ਚ ਬੈਠਾ ਵਾ, ਹੈ ਨਾ। ਉਹਨਾਂ ਚੀਜ਼ਾਂ ਨੂੰ ਤੁਸੀਂ ਓਬਜ਼ਰਵ ਕਰਦੇ ਰਹੋ, ਹੈ ਨਾ। ਛੋਟੀਆਂ ਚੀਜ਼ਾਂ ਨੇ ਜਿਹੜੀਆਂ ਕਿ ਪੈਰੈਂਟਿੰਗ ਤੋਂ ਹੀ ਸ਼ੁਰੂ ਹੁੰਦੀਆਂ ਨੇ, ਵੀ ਤੁਸੀਂ ਆਪਦੇ ਨਿਆਣੇ ਨੂੰ ਕਿਹੜੀਆਂ ਚੀਜ਼ਾਂ ਦੀ ਆਦਤ ਪਾਉਣੀ ਆ, ਕਿਹੜੀਆਂ ਚੀਜ਼ਾਂ ਦੀ ਆਦਤ ਨਹੀਂ ਪਾਉਣੀ। ਉੱਦਾਂ ਅਸੀਂ ਕਹਿੰਦੇ ਹਾਂ ਅਸੀਂ ਮੋਰਲ ਵੈਲਿਊ ਸਿਖਾ ਰਹੇ ਹਾਂ, ਸਾਡਾ ਆਹ ਕਲਚਰ ਆ, ਸਾਡਾ ਰਿਲੀਜਨ ਆ, ਸਾਡੇ ਐਂ ਹੀ ਨਹੀਂ ਹੁੰਦਾ, ਅਸੀਂ ਐਂ ਨਹੀਂ ਕਰ ਸਕਦੇ। ਤੁਸੀਂ ਨਿਆਣੇ ਨੂੰ ਗੁੱਡ ਟੱਚ ਤੇ ਬੈਡ ਟੱਚ ਦਾ ਫਰਕ ਨਹੀਂ ਦੱਸਦੇ, ਕਿਉਂਕਿ ਤੁਹਾਨੂੰ ਲੱਗਦਾ ਕਿ ਆਹ ਚੀਜ਼ ਨਹੀਂ, ਮੈਂ ਆਪਦੇ ਨਿਆਣੇ ਨਾਲ ਗੱਲ ਨਹੀਂ ਕਰ ਸਕਦੀ ਇਸ ਚੀਜ਼ ਬਾਰੇ, ਜਾਂ ਮੈਂ ਆਪਦੇ ਬੱਚੇ ਨਾਲ ਇਸ ਚੀਜ਼ ਬਾਰੇ ਗੱਲ ਨਹੀਂ ਕਰਦਾ ਹੈਗਾ, ਹੈ ਨਾ। ਤੁਸੀਂ ਉੱਥੇ ਉਹਨਾਂ ਨੂੰ ਉਹ ਚੀਜ਼ ਸਿਖਾ ਸਕਦੇ ਸੀ ਵੀ ਆ ਜਦੋਂ ਕੋਈ ਤੈਨੂੰ ਆਏਂ ਹੱਥ ਲਾਊਗਾ ਜਾਂ ਤੇਰੇ ਸਰੀਰ ਦੇ ਕਿਸੇ ਹਿੱਸੇ ਨੂੰ ਆਏਂ ਹੱਥ ਲਾਊਗਾ ਤਾਂ ਤੂੰ ਨਹੀਂ ਲਾਉਣ ਦੇਣਾ, ਤੂੰ ਉਹਨੂੰ ਉੱਥੇ ਰੋਕਣਾ ਵਾ, ਹੈ ਨਾ। ਨਿਆਣੇ ਨੂੰ ਪਤਾ ਹੋਊਗਾ ਵੀ ਜੇ ਕੋਈ ਮੈਨੂੰ ਦੇਖ ਰਿਹਾ ਜਾਂ ਕੋਈ ਮੇਰੇ ਸਰੀਰ ਨੂੰ ਉਸ ਤਰੀਕੇ ਨਾਲ ਹੱਥ ਲਾ ਰਿਹਾ ਵਾ ਤਾਂ ਇਹ ਗਲਤ ਆ ਤੇ ਮੈਂ ਇੱਥੋਂ ਆਪਦਾ ਬਚਾਅ ਕਰਨਾ ਵਾ, ਹੈ ਨਾ। ਆਪਾਂ ਸ਼ੁਰੂ ਤੋਂ ਹੀ ਬਸ ਇਹੀ ਧੱਕਾ ਕਰਨਾ, ਫਲਾਣੇ ਨੂੰ ਨਹੀਂ ਕਹਿਣਾ ਇਹ ਤੇਰੇ ਤੋਂ ਵੱਡਾ ਵਾ, ਫਲਾਣੇ ਨੂੰ ਤੂੰ ਆਏਂ ਨਹੀਂ ਕਰਨਾ ਇਹ ਤੇਰੇ ਤੋਂ ਵੱਡਾ ਵਾ, ਇਹਨੂੰ ਤੂੰ ਮਨਾ ਨਹੀਂ ਕਰਨਾ। ਜੇ ਕੋਈ ਰੋਂਦਾ ਵੀ ਧੱਕੇ ਨਾਲ ਆਪਾਂ ਕਹਿ ਦਿੰਦੇ ਆ ਵੀ ਨਹੀਂ ਕੋਈ ਗੱਲ ਨਹੀਂ, ਚੱਕ ਲੈ, ਇਹਨੇ ਚੁੱਪ ਹੋ ਜਾਣਾ ਵਾ। ਪਰ ਉਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਸੀਰੀਅਸ ਲਵੋ ਵੀ ਬੱਚਾ ਕਿਉਂ ਇੱਦਾਂ ਰਿਐਕਟ ਕਰ ਰਿਹਾ। ਉਹਨਾਂ ਨੂੰ ਸਮਝਾਓ ਵੀ ਕਿਸੇ ਨੂੰ ਆਏਂ ਛੂਹਣਾ, ਜੇ ਤੂੰ ਕਿਸੇ ਨੂੰ ਆਏਂ ਹੱਥ ਲਾਏਗਾ ਤਾਂ ਵੀ ਗਲਤ ਆ, ਜੇ ਕੋਈ ਤੈਨੂੰ ਲਾ ਰਿਹਾ ਵਾ ਤਾਂ ਵੀ ਗਲਤ ਆ, ਹੈ ਨਾ। ਮੈਨੂੰ ਲੱਗਦਾ ਕਿ ਬਤੌਰ ਮਾਂ-ਬਾਪ ਵੀ ਅਸੀਂ ਬਹੁਤ ਸਾਰੀਆਂ ਚੀਜ਼ਾਂ 'ਚ ਫੇਲ ਹੋ ਜਾਂਦੇ ਹਾਂ ਜਿਹੜੀਆਂ ਕਿ ਅਸੀਂ ਨਿਆਣਿਆਂ ਨੂੰ ਸਿਖਾ ਸਕਦੇ ਹੁੰਦੇ ਹਾਂ ਬਚਪਨ ਤੋਂ, ਜਿਹੜੀਆਂ ਤਾਂ ਉਮਰ ਉਹਨਾਂ ਦੇ ਕੰਮ ਆਉਣ ਵਾਲੀਆਂ ਹੁੰਦੀਆਂ ਨੇ। ਧੱਕੇ ਨਾਲ ਹੀ ਆਪਾਂ ਕਹੀ ਜਾਵਾਂਗੇ ਥੈਂਕ ਯੂ ਕਹਿ ਫਲਾਣੇ ਨੂੰ, ਸੌਰੀ ਕਹਿ ਫਲਾਣੇ ਨੂੰ। ਆਪਾਂ ਉਹਨਾਂ ਸ਼ਬਦਾਂ ਦੇ ਨਿਆਣਿਆਂ ਨੂੰ ਮਾਇਨੇ ਹੀ ਗਵਾ ਦਿੰਦੇ ਹਾਂ। ਉਹਨਾਂ ਨੂੰ ਥੈਂਕ ਯੂ ਸੌਰੀ ਕੋਈ ਵੱਡਾ ਲੱਗਦਾ ਹੀ ਨਹੀਂ ਲਾਈਫ ਦੇ ਵਿੱਚ, ਹੈ ਨਾ। ਜਦ ਕਿ ਜਦੋਂ ਆਪਦੇ ਮੂੰਹੋਂ ਕਹਿਣਗੇ ਕਿ ਹਾਂ ਮੇਰੀ ਇਹ ਗਲਤੀ, ਉਹਨਾਂ ਨੂੰ ਉਹ ਚੀਜ਼ ਵੱਡੀ ਲੱਗੂਗੀ, ਹੈ ਨਾ। ਆਪਾਂ ਕਹਿੰਦੇ ਧੱਕੇ ਨਾਲ ਚੱਲ ਕਹਿ ਥੈਂਕ ਯੂ, ਚੱਲ ਕਹਿ ਸੌਰੀ। ਧੱਕੇ ਨਾਲ ਕਹਿੰਦੇ ਕਦੇ ਮਾफ़ੀ ਜਾਂ ਫਿਰ ਸ਼ੁਕਰੀਆ ਵੀ ਨਹੀਂ ਕਹਾਉਣਾ ਚਾਹੀਦਾ ਨਿਆਣੇ ਤੋਂ, ਹੈ ਨਾ, ਤਾਂ ਕਿ ਉਹਨੂੰ ਸ਼ਬਦ ਉਹ ਇੰਨੇ ਛੋਟੇ ਨਾ ਲੱਗਣ ਲੱਗ ਜਾਣ ਵੀ ਯਾਰ ਮੇਰਾ ਦਿਲ ਕਰਦਾ ਸੀ ਚਾਹੇ ਨਹੀਂ ਕਰਦਾ ਸੀ ਪਰ ਮੈਂ ਕਹਿਤਾ, ਹੈ ਨਾ। ਪਹਿਲੀ ਗੱਲ ਤਾਂ ਗੁਰਦੀਪ ਮਤਲਬ ਹਰੇਕ ਨਾ ਇਹ ਚਾਹੇ ਤੁਹਾਡਾ ਬੱਚਾ 5 ਸਾਲ ਦਾ ਮੁੰਡਾ, ਚਾਹੇ ਉਹ 10 ਸਾਲ ਦਾ, ਚਾਹੇ ਉਹ 20 ਸਾਲ ਦਾ, ਉਹਨੂੰ ਇਹ ਚੀਜ਼ ਸਮਝਾਓ ਕਿ ਹਰੇਕ ਚੀਜ਼ 'ਚ ਇੱਕ ਲਿਮਿਟ ਹੋਣੀ ਚਾਹੀਦੀ ਹੈ, ਹੈ ਨਾ। ਤੁਸੀਂ ਕਿਸੇ ਦੇ ਬਹੁਤ ਚੰਗੇ ਦੋਸਤ ਹੋ ਸਕਦੇ ਹੋ ਪਰ ਇਹ ਨਹੀਂ ਕਿ ਤੁਸੀਂ ਬਹੁਤ ਚੰਗੇ ਦੋਸਤ ਹੋ ਅਤੇ ਅੱਜ ਤੋਂ ਬਾਅਦ ਉਹਦੇ ਨਾਲ ਤੁਹਾਨੂੰ ਪਿਆਰ ਵੀ ਹੋ ਸਕਦਾ ਅਤੇ ਉਹ ਵੀ ਤੁਹਾਡੇ ਉਸ ਪ੍ਰਪੋਜ਼ਲ ਨੂੰ ਐਕਸੈਪਟ ਕਰੂ, ਹੈ ਨਾ। ਔਰਤ ਨਾ ਤਾਂ ਮਤਲਬ ਇੰਨੀ ਨੀਵੀਂ ਆ ਕਿ ਤੁਸੀਂ ਉਹਨੂੰ ਸਰੀਰਕ ਤੌਰ 'ਤੇ ਜ਼ਬਰਦਸਤੀ ਭੋਗੋਗੇ, ਨਾ ਤੁਸੀਂ ਉਹਨੂੰ ਮਾਨਸਿਕ ਤੌਰ 'ਤੇ ਜ਼ਬਰਦਸਤੀ ਤੋੜ ਸਕਦੇ ਹੋ। ਤੁਸੀਂ ਇਹ ਸੋਚੋ ਕਿ ਉਹ ਬਿਲਕੁਲ ਮੇਰੇ ਬਰਾਬਰ ਦੀ ਅਹਿਮੀਅਤ ਰੱਖਣ ਵਾਲੀ ਆ। ਹਾਂ ਸਰੀਰਕ ਤੌਰ 'ਤੇ ਜੇ ਤੁਹਾਨੂੰ ਲੱਗਦਾ ਨਾ ਵੀ ਉਹ ਤੁਹਾਡੇ ਨਾਲ ਕਮਜ਼ੋਰ ਆ ਤਾਂ ਮਾਨਸਿਕ ਤੌਰ 'ਤੇ ਉਹ ਤੁਹਾਡੇ ਨਾਲੋਂ ਕਿਤੇ ਜ਼ਿਆਦਾ ਵਧੀਆ, ਹੈ ਨਾ। ਅਤੇ ਇਸ ਲਈ ਤੁਹਾਨੂੰ ਮਤਲਬ ਸਮਝਣਾ ਚਾਹੀਦਾ ਵੀ ਉਹਦੀ ਬਰਾਬਰੀ ਅਹਿਮੀਅਤ ਰੱਖਦੀ ਆ। ਚਾਹੇ ਉਹ ਬੰਦਾ ਉਹ ਆਪਣੀ ਘਰ ਦੀ ਔਰਤ ਨਾਲ ਉਸ ਤਰੀਕੇ ਨਾਲ ਗੱਲ ਕਰੇ ਕਿ ਜਿਹੜੇ ਚੀਜ਼ ਨਾਲ ਉਹਨੂੰ ਲੱਗੇ ਕਿ ਕੱਲ੍ਹ ਨੂੰ ਮੇਰੇ ਬੱਚੇ ਬਾਹਰ ਜਾ ਕੇ ਕਿਸੇ ਨਾਲ ਕਰਨ, ਹੈ ਨਾ। ਅਸੀਂ ਸਾਰੀਆਂ ਚੀਜ਼ਾਂ ਇਗਨੋਰ ਕਰਦੇ ਹਾਂ। ਜਦੋਂ ਕੋਈ ਮੁੰਡਾ ਆਪਣੀ ਵਾਈਫ ਨੂੰ ਮਾੜਾ ਬੋਲਦਾ ਤਾਂ ਉਹਦੇ ਮਾਂ ਪਿਓ ਕਹਿਣਗੇ ਨਹੀਂ ਮੁੰਡਿਆਂ ਦੀ ਆਦਤ ਹੁੰਦੀ ਆ, ਹੈ ਨਾ। ਇਕੱਲੇ ਤੁਸੀਂ ਨਹੀਂ ਸੁਣ ਰਹੇ ਉੱਥੇ ਬੈਠ ਕੇ, ਜਿਹੜੇ ਅੱਗੇ ਜਾ ਕੇ ਇੱਕ ਬੰਦਾ ਬਣ ਰਿਹਾ ਉਹ ਵੀ ਬੈਠਾ ਸੁਣ ਰਿਹਾ ਤੁਹਾਡਾ ਬੱਚਾ, ਹੈ ਨਾ। ਅੱਜ ਕਿਸੇ ਦਾ ਬੰਦਾ ਜਨਾਨੀ ਨੂੰ ਕੁੱਟ ਰਿਹਾ ਤਾਂ ਅਸੀਂ ਚਾਹੇ ਛੱਤ 'ਤੇ ਖੜੇ ਹੋ ਕੇ ਦੇਖ ਰਹੇ ਹੋਵਾਂਗੇ ਪਰ ਅਸੀਂ ਉਹਨੂੰ ਇਹ ਨਹੀਂ ਕਹਿੰਦੇ ਵੀ ਤੂੰ ਇਹ ਕਰ ਨਹੀਂ ਸਕਦਾ, ਹੈ ਨਾ। ਅਤੇ ਗਲਤੀ ਨਾਲ ਵੀ ਜਨਾਨੀ ਜੇ ਉੱਚੀ ਵੀ ਬੋਲ ਪਵੇ ਨਾ ਆਪਣੇ ਘਰ ਵਾਲੇ ਨੂੰ, ਉਹਨੂੰ ਦੱਸਣ ਵਾਲੇ 100 ਬੰਦੇ ਆ ਜਾਂਦੇ ਨੇ ਵੀ ਤੂੰ ਇਹ ਨਹੀਂ ਕਰ ਸਕਦੀ, ਹੈ ਨਾ। ਅਤੇ ਜਦੋਂ ਅਸੀਂ ਇਹੋ ਜਿਹੀਆਂ ਉਦਾਹਰਨਾਂ ਦੇ ਰਹੇ ਹਾਂ ਲੋਕਾਂ ਨੂੰ ਤਾਂ ਅਸੀਂ ਮਤਲਬ ਬਾਹਰਲਿਆਂ ਨੂੰ ਕੀ ਸਿਖਾਵਾਂਗੇ ਜਾ ਕੇ, ਹੈ ਨਾ। ਤੁਹਾਡੇ ਸਾਹਮਣੇ ਖੜਾ ਕੋਈ ਮਤਲਬ ਬੰਦਾ ਕਿਸੇ ਮਾੜੇ ਤੋਂ ਮਾੜੇ ਗਰੀਬ ਤੋਂ ਵੀ ਰਿਸ਼ਵਤ ਮੰਗ ਰਿਹਾ ਹੋਊਗਾ ਨਾ
ਤੁਸੀਂ ਜਾ ਕੇ ਉਹਨੂੰ ਇਹ ਨਹੀਂ ਕਹੋਗੇ ਵੀ ਤੂੰ ਮੰਗ ਨਹੀਂ ਸਕਦਾ, ਤੁਸੀਂ ਕਹੋਗੇ ਯਾਰ ਦੇ ਦੇ, ਇੱਥੇ ਐਂ ਹੀ ਕੰਮ ਹੋਣਾ, ਹਨਾ। ਤੇ ਜਿੱਥੇ ਸਭ ਕੁਝ ਵਿਕਾਊ ਆ ਉੱਥੇ ਇਹੋ ਜਿਹੀਆਂ ਘਟਨਾਵਾਂ ਤੋਂ ਬਾਅਦ ਵੀ ਉੱਪਰਲੇ ਵੀ ਵਿਕਾਊ ਹੀ ਹੁੰਦੇ ਆ, ਹਨਾ। ਜਦੋਂ ਉਹ ਜਿਹੜੀ ਕੁੜੀ ਮੈਂ ਰੈਡੀ ਦੀ ਗੱਲ ਕੀਤੀ ਸੀ, ਉਹਨਾਂ 4 ਜਾਣਿਆਂ ਦਾ ਐਨਕਾਊਂਟਰ ਹੋਇਆ ਸੀ, ਹਨਾ। ਤੁਹਾਨੂੰ ਪਤਾ ਉੱਥੇ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਜਿਹੜੀਆਂ ਜਥੇਬੰਦੀਆਂ ਸੀਗੀਆਂ ਜਾਂ ਜਿਹੜੀਆਂ ਕੌਂਸਲ ਸੀ, ਉਹਨਾਂ ਨੇ ਇਹ ਪਾਇਆ ਸੀ ਕਿ ਹਿਊਮਨ ਰਾਈਟਸ ਦੇ ਅਗੇਂਸਟ ਆ ਇਹ ਚੀਜ਼, ਹਨਾ। ਪਰ ਤੁਸੀਂ ਦੇਖੋ ਵੀ ਉਹ ਹਿਊਮਨ ਰਾਈਟਸ ਤੁਸੀਂ ਕਿੰਨਾ ਲੋਕਾਂ ਲਈ ਮੰਗ ਰਹੇ ਹੋ, ਕਿਹੋ ਜਿਹੇ ਲੋਕਾਂ ਲਈ ਤੁਸੀਂ ਮੰਗ ਰਹੇ ਹੋ, ਹਨਾ। ਆਪਾਂ ਇਸ ਚੀਜ਼ ਨੂੰ ਕਦੇ ਨਹੀਂ ਮਤਲਬ ਕਹਿੰਦੇ ਵੀ ਇਹ ਝੂਠ ਹੁੰਦਾ, ਵੀ ਬਹੁਤ ਸਾਰੇ ਇਹੋ ਜਿਹੇ ਐਲੀਗੇਸ਼ਨ ਗਲਤ ਵੀ ਲੋਕਾਂ ਤੇ ਲੱਗਦੇ ਨੇ ਤੇ ਲੋਕ ਨਜਾਇਜ਼ ਵੀ ਸਜ਼ਾ ਭੁਗਤਦੇ ਨੇ, ਹਨਾ। ਪਰ ਜਿੱਥੇ ਤੁਹਾਨੂੰ ਸਭ ਕੁਝ ਦਿਸ ਰਿਹਾ ਉੱਥੇ ਕਾਨੂੰਨ ਨੂੰ ਵੀ ਸਖਤ ਹੋਣਾ ਚਾਹੀਦਾ, ਉੱਥੇ ਆਮ ਲੋਕਾਂ ਨੂੰ ਵੀ ਹੋਣਾ ਚਾਹੀਦਾ ਕਿ ਹਾਂ ਅਸੀਂ ਉਹਨਾਂ ਚਿਰ ਸਾਹ ਨਹੀਂ ਲੈਣਾ, ਹਨਾ, ਜਿੰਨਾ ਚਿਰ ਇਹ ਚੀਜ਼ ਸਹੀ ਨਹੀਂ ਹੋ ਸਕਦੀ। ਇੱਕ ਨਾ ਮੈਂ ਪਿੱਛੇ ਜਿਹੇ ਇੱਕ ਨਿਊਜ਼ ਪੜ੍ਹੀ ਸੀ ਕਿ ਉਹ 'ਚ 3 ਕੁੜੀਆਂ ਮਤਲਬ ਆਪਦੇ ਘਰੋਂ ਫਿਜ਼ੀਕਲੀ ਟੌਰਚਰ ਹੋ ਰਹੀਆਂ ਸੀ ਤੇ ਉਹਨੇ ਪੂਰੀ ਕਲੋਨੀ ਦੇ ਕਿੰਨੇ ਲੋਕਾਂ ਨੂੰ ਉਹਨਾਂ ਨੇ ਦੱਸਿਆ ਸੀ ਜਾ ਕੇ ਵੀ ਸਾਡੇ ਨਾਲ ਇਹ ਚੀਜ਼ ਹੋ ਰਹੀ ਹੈ, ਸਾਨੂੰ ਤੁਸੀਂ ਬਚਾਓ। ਤੇ ਉਹਨਾਂ 'ਚੋਂ ਕੋਈ ਵੀ ਬੰਦਾ ਮਤਲਬ ਉਹਨਾਂ ਦੀ ਹੈਲਪ ਲਈ ਅੱਗੇ ਨਹੀਂ ਸੀ ਆਇਆ। ਤੇ ਫਿਰ ਇੱਕ ਲੇਡੀ ਨੇ ਮਤਲਬ ਹੈਲਪ ਕੀਤੀ ਤੇ ਉਹ ਕਹਿੰਦੀ ਮੈਨੂੰ ਸਾਡੀ ਪੂਰੀ ਕਲੋਨੀ ਇਹ ਸੁਜੈਸਟ ਕਰ ਰਹੀ ਸੀ ਕਿ ਤੂੰ ਕਿਉਂ ਪੰਗਾ ਲੈ ਰਹੀ ਹੈ, ਹਨਾ। ਚਾਹੇ ਤੁਹਾਡੇ ਘਰ 'ਚ ਕਿਸੇ ਨਾਲ ਕੁਝ ਗਲਤ ਹੋ ਰਿਹਾ, ਚਾਹੇ ਤੁਹਾਡੇ ਆਲੇ ਦੁਆਲੇ ਗਲਤ ਹੋ ਰਿਹਾ, ਤੁਸੀਂ ਕੁਛ ਨਹੀਂ ਕਰ ਸਕਦੇ, ਕਮ ਸੇ ਕਮ ਇੰਨੀ ਭੂਮਿਕਾ ਤਾਂ ਨਿਭਾਓ ਵੀ ਉਸ ਬੰਦੇ ਨੂੰ ਇੰਨਾ ਹੌਸਲਾ ਦੇ ਦੇ ਵੀ ਤੂੰ ਫਲਾਣੀ ਜਗ੍ਹਾ ਜਾ ਕੇ ਕੰਪਲੇਨ ਕਰ ਦੇ, ਹਨਾ। ਜਦੋਂ ਅੱਖਾਂ ਬੰਦ ਨੇ, ਕੰਨ ਬੰਦ ਨੇ, ਫਿਰ ਆਲੇ ਦੁਆਲੇ ਜੋ ਮਰਜ਼ੀ ਹੋਈ ਜਾਵੇ, ਮੈਨੂੰ ਤਾਂ ਇਹ ਲੱਗਦਾ ਵੀ ਅਸੀਂ ਇੰਨੇ ਮਤਲਬ ਸਾਡੇ ਅੰਦਰ ਇਮੋਸ਼ਨਸ ਹੀ ਨਹੀਂ ਰਹੇ, ਅਸੀਂ ਸਿਰਫ ਮਸ਼ੀਨੀ ਲੋਕ ਹੋ ਗਏ ਹਾਂ। ਸਾਡੇ ਲਈ ਨਾ ਰਿਸ਼ਤੇ ਅਹਿਮੀਅਤ ਰੱਖਦੇ ਆ, ਨਾ ਆਲਾ ਦੁਆਲਾ ਅਹਿਮੀਅਤ ਰੱਖਦਾ। ਮੈਨੂੰ ਲੱਗਦਾ ਜੇ ਤੁਸੀਂ ਕੁਛ ਵੀ ਨਹੀਂ ਨਾ ਕਰ ਸਕਦੇ ਗੁਰਦੀਪ, ਤਾਂ ਆਹੀ ਚੀਜ਼ ਸਭ ਤੋਂ ਵਧੀਆ ਵੀ ਜਿਹੜੇ ਬੱਚੇ ਨੂੰ ਤੁਸੀਂ ਘਰੇ ਪੈਦਾ ਕੀਤਾ, ਚਾਹੇ ਉਹ ਮੁੰਡਾ ਚਾਹੇ ਉਹ ਕੁੜੀ, ਉਹਨੂੰ ਕਮ ਸੇ ਕਮ ਇੱਕ ਦੂਜੇ ਦੀ ਰਿਸਪੈਕਟ ਕਰਨੀ ਸਿਖਾ ਦਿਓ, ਹਨਾ। ਕਿ ਤੂੰ ਬਾਹਰ ਜਾਏਂਗਾ, ਤੈਨੂੰ ਬਹੁਤ ਤਰ੍ਹਾਂ ਦੇ ਲੋਕ ਮਿਲਣਗੇ, ਤੇਰੇ ਨਾਲ ਰਹਿ ਕੇ ਵੀ ਕੋਈ ਸੇਫ ਮਹਿਸੂਸ ਕਰੇ ਤੇ ਤੂੰ ਵੀ ਕਿਤੇ ਜਾ ਕੇ ਸੇਫ ਮਹਿਸੂਸ ਕਰੇ। ਇਸ ਲਈ ਮਾਹੌਲ ਨੂੰ ਉਵੇਂ ਦਾ ਬਣਾਉਣ 'ਚ ਜ਼ਰੂਰ ਤੁਹਾਡੀ ਉਨੀ ਕੁ ਭੂਮਿਕਾ ਹੋਣੀ ਚਾਹੀਦੀ ਹੈ, ਹਨਾ। ਹੁਣ ਆਪਾਂ ਇੱਥੇ ਕੰਮ ਕਰਦੇ ਹਾਂ, ਆਪਾਂ 2 ਜਾਣੀਆਂ ਸਿਰਫ ਕੁੜੀਆਂ, ਹਨਾ, ਬਾਕੀ ਸਾਰੇ ਮੁੰਡੇ ਨੇ। ਆਪਾਂ ਨੂੰ ਚੰਗਾ ਮਹਿਸੂਸ ਹੁੰਦਾ ਕਿਉਂਕਿ ਆਪਾਂ ਨੂੰ ਲੱਗਦਾ ਕਿ ਇਹ ਸਾਰੇ ਆਪਣੇ ਵਰਗੇ ਪਰਿਵਾਰਾਂ 'ਚੋਂ ਆਏ ਨੇ, ਹਨਾ। ਤੇ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਸਾਨੂੰ ਪਤਾ ਹੀ ਨਹੀਂ ਕੋਈ ਕਿਹੋ ਜਿਹੇ ਪਰਿਵਾਰਾਂ 'ਚੋਂ ਆਇਆ ਹੋਇਆ। ਸਾਨੂੰ ਕਈ ਵਾਰੀ ਮਤਲਬ ਵਧੀਆ ਤੋਂ ਵਧੀਆ ਕਲਾਸ ਵਾਲੇ ਬੰਦੇ ਨਾਲ ਵੀ ਈਜ਼ੀ ਨਹੀਂ ਲੱਗਦਾ ਹੈਗਾ, ਹਨਾ। ਕਿਉਂਕਿ ਨਾ ਉੱਥੇ ਕਲਾਸ ਮੈਟਰ ਕਰਦੀ ਆ, ਨਾ ਉੱਥੇ ਤੁਹਾਡਾ ਅਮੀਰ ਗਰੀਬ ਹੋਣਾ ਮੈਟਰ ਕਰਦਾ, ਤੁਹਾਡਾ ਮੈਨਰਸ ਦੇ ਵਿੱਚ ਰਿਚ ਹੋਣਾ ਮਤਲਬ ਸਭ ਤੋਂ ਵਧੀਆ ਚੀਜ਼ ਆ। ਬਹੁਤ ਜ਼ਿਆਦਾ ਸਹੂਲਤਾਂ ਦੇਣ ਨਾਲੋਂ ਨਾ ਬਹੁਤ ਜ਼ਿਆਦਾ ਉੱਚੀ ਸੋਚ ਦੇਣੀ ਜ਼ਿਆਦਾ ਜ਼ਰੂਰੀ ਹੈ। ਬਿਲਕੁਲ। ਸੋ ਅੱਜ ਦੇ ਪ੍ਰੋਗਰਾਮ ਗੱਲ ਤੇ ਗੱਲ ਵਿੱਚ ਇੰਨਾ ਹੀ। ਇਸ ਵਿਸ਼ੇ ਤੇ ਤੁਸੀਂ ਆਪਣੀ ਕੀ ਰਾਏ ਰੱਖਦੇ ਹੋ ਜਾਂ ਇੱਕ ਬਿਹਤਰ ਸਮਾਜ ਦੀ ਸਿਰਜਣਾ ਦੇ ਵਿੱਚ ਸਾਡੀ ਕੀ ਭੂਮਿਕਾ ਹੋਣੀ ਚਾਹੀਦੀ ਆ, ਤੁਸੀਂ ਆਪਣੇ ਕਮੈਂਟ ਸਾਨੂੰ ਲਿਖ ਸਕਦੇ ਹੋ। ਸੁਨੇਹੇ ਸਾਨੂੰ ਹਮੇਸ਼ਾ ਦੀ ਤਰ੍ਹਾਂ ਭੇਜ ਸਕਦੇ ਹੋ। ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ। ਸਤਿ ਸ਼੍ਰੀ ਅਕਾਲ।